ਅੱਜ ਆਪਾਂ 14ਵੀਂ ਅਸ਼ਟਪਦੀ ਲੈ ਰਹੇ ਹਾਂ ਜੀ। ਇਹ ਤਜੋ ਸਿਆਣਪ ਸੁਰਜਣੋ ਹਾਂਜੀ, ਸਿੰਧੂ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ। ਹੁਣ ਇਸ ਤੋਂ ਪਹਿਲਾਂ ਜਿਹੜਾ ਹੈਗਾ ਮਹਾਰਾਜ ਨੇ ਦੱਸਿਆ ਸੀਗਾ ਬਈ ਆਪਾਂ ਨੇ ਜਿਹੜਾ ਹੈਗਾ ਗੁਰੂ ਦੇ ਉੱਤੇ ਜਿਹੜਾ ਬ੍ਰਹਮ ਗਿਆਨੀਆਂ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਲੜ ਲੱਗਣਾ ਆ, ਉਹਨਾਂ ਦੀ ਸੰਗਤ ਕਰਨੀ ਆ। ਅਤੇ ਜੇ ਕਿਤੇ ਜਿਹੜਾ ਹੈਗਾ ਆਪਾਂ ਨਿੰਦਾ ਕਰਤੀ ਉਹਨਾਂ ਦੀ ਤੇ ਬਹੁਤ ਜਿਹੜਾ ਹੈਗਾ ਪ੍ਰੋਬਲਮ ਆ ਜਾਏਗੀ ਭਾਈ, ਕਿਉਂਕਿ ਨਿੰਦਾ ਫਿਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਨਹੀਂ ਕੁਛ ਕਰਦਾ। ਉਹ ਬ੍ਰਹਮ ਗਿਆਨੀ ਜਿਹੜੇ ਹੈਗੇ ਜੇ ਕਿਤੇ ਉਹ ਜਿਹੜੇ ਹੈ ਬਖਸ਼ ਦੇਣ ਤੇ ਬਖਸ਼ ਦੇਣ। ਉਹਦੇ ਵਿੱਚ ਆਪਾਂ ਨੂੰ ਇਹ ਗਿਆਨ ਆਇਆ ਸੀਗਾ। ਹੁਣ ਇਸ ਤੋਂ ਬਾਅਦ ਮਹਾਰਾਜ ਕਹਿੰਦੇ ਆ ਭਾਈ ਜੇ ਧਿਆਨ ਸਿਮਰਨ ਕਰਨਾ ਹੈ ਅਤੇ ਔਰ ਮਹਾਰਾਜ ਨੇ ਇਹ ਵੀ ਦੱਸਿਆ ਸੀ ਪਹਿਲਾਂ ਜਿਹੜਾ ਵੀ ਮਸਕੀਨ ਹੋਣਾ ਪਊਗਾ ਤੈਨੂੰ, ਮਸਕੀਨ ਤੋਂ ਵੀ ਗਰੀਬੀ ਧਾਰਨ ਕਰਨੀ ਪਊਗੀ। ਉਸ ਤੋਂ ਬਾਅਦ ਫਿਰ ਮਹਾਰਾਜ ਨੇ ਕਿਹਾ ਸੀਗਾ ਸਾਧੂ ਦੀ ਜਾਂ ਆਪਣੇ ਗੁਰੂਆਂ ਦੀ ਸਾਧ ਸੰਗਤ ਜਿਹੜੀ ਹੈਗੀ ਇਹਨਾਂ ਦੀ ਸੰਗਤ ਕਰਨੀ ਪਊਗੀ, ਨਿੰਦਾ ਨਾ ਕਰੀ ਕਿਤੇ। ਅਤੇ ਇਸ ਤੋਂ ਬਾਅਦ ਹੁਣ ਜਿਹੜਾ ਹੈਗਾ ਮਹਾਰਾਜ ਦੱਸ ਰਹੇ ਆ ਬਈ ਇਹਦੇ ਵਾਸਤੇ ਇੱਕ ਹੋਰ ਨੁਕਤਾ ਯਾਦ ਰੱਖ ਬਈ ਆਪਣੇ ਮਨ ਦੀ ਸਿਆਣਪ ਜਿਹੜੀ ਹੈਗੀ ਛੱਡਣੀ। ਤੇਰੀ ਸਿਆਣਪ ਦੇ ਨਾਲ ਨਹੀਂ ਕੁਛ ਹੋਣਾ, ਤੂੰ ਰੁਕਾਵਟ ਪਾਏਂਗਾ, ਲੇਟ ਕਰੇਂਗਾ ਕੰਮ ਨੂੰ। ਆਪਣੀ ਸਿਆਣਪ ਛੱਡ ਦੇਈਂ ਔਰ ਪਰਮਾਤਮਾ 'ਤੇ ਭਰੋਸਾ ਰੱਖੀ ਬਸ। ਕਿਉਂਕਿ ਕਰਨ ਕਰਾਉਣ ਵਾਲਾ ਮਾਲਕ ਪਰਮਾਤਮਾ ਹੈਗਾ ਭਾਈ। ਇਸ ਤੋਂ ਅਗਲਾ ਜਿਹੜਾ ਹੈਗਾ ਅਗਲੀ ਅਸ਼ਟਪਦੀ ਹੈਗੀ ਉਹ ਵੀ ਇਹੀ ਕਹਿੰਦੀ ਹੈ ਬਈ ਪਰਮਾਤਮਾ ਨੇ ਕਰਨਾ ਆ। ਅਤੇ ਜੇ ਤੂੰ ਸਿਆਣਪ ਕਰ ਰਿਹਾ, ਆਪਣੀ ਚਤੁਰਾਈ ਘੋਟ ਰਿਹਾ, ਅਤੇ ਇਹਦਾ ਮਤਲਬ ਤੈਨੂੰ ਪਰਮਾਤਮਾ 'ਤੇ ਭਰੋਸਾ ਨਹੀਂ ਹੈਗਾ। ਸ਼ਲੋਕ ਤਜੋਹ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਸੁਰਜਨ ਕਹਿ ਰਿਹਾ, ਇਹ ਦੇਵਤਾ ਬਣ ਜਾ ਰਹੇ ਹੋ, ਦੇਵਤਾ ਵਾਲੇ ਗੁਣ ਧਾਰਨ ਕਰਨ ਵਾਲਿਓ, ਆਪਣੀ ਸਿਆਣਪ ਛੱਡ ਦਿਓ। ਆਪਣੀ ਸਿਆਣਪ ਕੀ ਹੈ? ਬੁੱਧੀ। ਪਹਿਲਾਂ ਨਿਮਰਤਾ ਧਾਰਨ ਨੂੰ ਕਿਹਾ ਸੀਗਾ, ਫਿਰ ਜਿਹੜਾ ਹੈਗਾ ਗੁਰੂ ਦੀ ਸ਼ਰਨ 'ਚ ਜਾਣ ਨੂੰ ਕਿਹਾ ਸੀਗਾ, ਗੁਰੂ ਦੇ ਲੜ ਲੱਗਣ ਨੂੰ ਕਿਹਾ ਸੀਗਾ, ਫਿਰ ਨਿੰਦਾ ਤੋਂ ਵਾਰਨਿੰਗ ਦਿੱਤੀ ਸੀਗੀ, ਬ੍ਰਹਮ ਗਿਆਨੀਆਂ ਦੀ ਜਾਂ ਸਾਧੂਆਂ ਦੀ ਨਿੰਦਾ ਨਹੀਂ ਕਰਨੀ। ਇਸ ਤੋਂ ਬਾਅਦ ਫਿਰ ਹੁਣ ਸਿਆਣਪ ਦੀ ਗੱਲ ਕਰ ਰਹੇ ਮਹਾਰਾਜ ਬਈ ਆ ਤੇਰੀ ਬੁੱਧੀ ਜਿਹੜੀ ਹੈਗੀ ਇਹਨੂੰ ਵੀ ਜਿਹੜਾ ਹੈਗਾ ਇਹਦੀ ਵੀ ਚੈਟਰਿੰਗ ਬੰਦ ਕਰ ਦੇ। ਇਹ ਇਸ 'ਤੇ ਬਿਲਕੁਲ ਜੋ ਬ੍ਰਹਮ ਗਿਆਨੀ ਜੋ ਗੁਰੂ ਕਹਿ ਰਹੇ ਆ ਉਹ ਕੰਮ ਕਰ ਬਸ। ਆਪਣੀ ਬੁੱਧੀ ਜਿਹੜੀ ਹੈਗੀ ਨਹੀਂ ਜਿਹੜਾ ਹੈਗਾ ਉਹ ਆਪਣੀ ਚਤੁਰਾਈ, ਤੇਰੀ ਚਤੁਰਾਈ ਨਾਲ ਕੁਛ ਨਹੀਂ ਹੋਣਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਉਸ ਮਾਲਕ ਪਰਮਾਤਮਾ ਨੂੰ ਸਮਰਨ ਕਰੋ, ਉਹ ਮਾਲਕ ਆ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਆਪਣੇ ਮਨ ਦੇ ਵਿੱਚ ਇੱਕ ਆਸ ਰੱਖ, ਮਾਲਕ ਪਰਮਾਤਮਾ ਦੀ ਆਸ, ਭਰੋਸਾ ਮਾਲਕ ਪਰਮਾਤਮਾ 'ਤੇ। ਦੇਖ ਤੇਰਾ ਦੁੱਖ ਚਲੇ ਜਾਏਗਾ, ਜਨਮ ਮਰਨ ਦਾ ਦੁੱਖ, ਭਰਮ ਜਿਹੜਾ ਮਾਇਆ ਧੋਖਾ ਜੋ ਮਾਲਕ ਨੇ ਪਾਇਆ ਇਹ ਵੀ ਜਿੱਤ ਲਏਗਾ, ਅਤੇ ਤੇਰਾ ਡਰ ਵੀ ਚਲੇ ਜਾਏਗਾ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਦੇਖ ਮਨੁੱਖ ਦੀ ਟੇਕ ਨਾ ਕਰੀ ਕਿਤੇ ਬਸ। ਜੇ ਕਿਤੋਂ ਗਿਆਨ ਮਿਲਦਾ ਹੈ ਤੈਨੂੰ ਗਿਆਨ ਲੈ ਲਈ, ਮਨੁੱਖ ਦੀ ਟੇਕ ਨਾ ਕਰੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕੋ ਇੱਕ ਹੈ ਭਗਵਾਨ। ਦੇਣ ਵਾਲਾ ਮਾਲਕ ਹੈਗਾ, ਦਾਤ ਮਾਲਕ ਨੇ ਦੇਣੀ ਹੈ, ਖੇਡ ਮਾਲਕ ਦੀ ਹੈਗੀ ਆ। ਜਿਸ ਕੈ ਦੀਏ ਰਹੇ ਅਗਾਏ, ਉਸਨੇ ਦੇਣਾ, ਰੱਜ ਜਾਏਗਾ ਪਿਆਰਿਆ, ਰੱਜ ਜਾਏਗਾ। ਸਾਰੀਆਂ ਦਾਤਾਂ ਉਸੇ ਕੋਲੋਂ ਆ ਰਹੀਆਂ, ਉਹੀ ਦੇ ਰਿਹਾ ਸਾਰਿਆਂ ਨੂੰ। ਬਹੁਤ ਨਾ ਤ੍ਰਿਸ਼ਨਾ ਲਾ ਕੇ ਆਏ, ਫਿਰ ਜਿਹੜੀ ਹੈਗੀ ਤੈਨੂੰ ਤ੍ਰਿਸ਼ਨਾ ਨਹੀਂ ਲੱਗੇਗੀ, ਤੇਰੇ ਅੰਦਰ ਜਿਹੜੀ ਹੈਗੀ ਪਿਆਸ ਨਹੀਂ, ਤੇਰੀ ਪਿਆਸ ਬੁੱਝ ਜਾਏਗੀ। ਬਹੁਤ ਨਾ ਤ੍ਰਿਸ਼ਨਾ ਲਾ ਕੇ ਆਏ, ਮਾਰੇ ਰਾਖੇ ਏਕੋ ਆਪ। ਮਾਰੇ ਰਾਖੇ ਏਕੋ ਆਪ।
ਮਾਨੁ ਕੈ ਕਿਛ ਨਾਹੀ ਹਾਥ। ਹੁਣ ਇਹਦੇ ਇੱਥੇ ਦੇਖ ਲਓ, ਇੱਥੇ ਜਿਹੜਾ ਹੈਗਾ ਆਹ ਤੁਕ ਹੈਗੀ ਆ, ਉਹ ਆਪਾਂ ਜਿਹੜੇ ਹੈਗੇ ਉਹਨੂੰ ਜਿਹੜਾ ਹੈਗਾ ਦੂਸਰਾ ਬਦਲ ਦਿੰਦੇ ਹਾਂ, ਅੱਧੀ ਉਹ ਲੈ ਲੈਂਦੇ ਹਾਂ, ਅੱਧੀ ਇਹ ਲੈ ਲੈਂਦੇ ਹਾਂ ਭਾਈ। ਪਰ ਦੋਨੋਂ ਹੀ ਜਿਹੜੀਆਂ ਹੈਗੀਆਂ ਇੱਥੋਂ ਹੀ ਲਈਆਂ ਆਪਾਂ ਨੇ। ਉਹ 9ਵੀਂ ਅਸ਼ਟਪਦੀ 'ਚ ਮੇਰੇ ਖਿਆਲ ਪੰਜਵੀਂ ਉਹਦੇ ਵਿੱਚ ਹੈਗੀ, ਉਹਦੇ ਆਉਂਦਾ ਹੈ ਕਿ ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਉਦੋਂ ਕਰਨ ਕਰਾਵਨ ਲੈ ਲਿਆ, ਔਰ ਇੱਥੇ ਲਿਖਦੇ ਆ ਮਾਨੁ ਕੈ ਕਿਛ ਨਾਹੀ ਹਾਥ। ਅੱਧੀ ਇੱਧਰਲੀ ਲੈ ਲਈ, ਅੱਧੀ ਉੱਧਰਲੀ ਲੈ ਲਈ। ਦੇਖ ਲਓ ਸਿੱਖ ਜਗਤ ਦੇ ਵਿੱਚ ਹਰੇਕ ਨੂੰ ਜਿਹੜਾ ਹੈਗਾ ਉਹ ਗਲਤ ਜਿਹੜੀ ਹੈਗੀ ਆ ਉਹ ਗੁਰਬਾਣੀ ਜਿਹੜੀ ਇੰਟਰਪ੍ਰੀਟੇਟ ਕੀਤੀ ਹੋਈ ਸਾਰਿਆਂ ਨੂੰ ਯਾਦ ਆ। ਕੱਲ੍ਹ ਜਿਹੜੇ ਸੀਗੇ ਮੈਂ ਸੈਰ ਕਰ ਰਿਹਾ ਸੀਗਾ, ਇੱਕ ਸੱਜਣ ਸੀਗੇ, ਮਿਲ ਜਾਂਦੇ ਕਈ ਵਾਰੀ, ਅਤੇ ਉਹਨਾਂ ਨੂੰ ਮੈਂ ਆਖਿਆ ਅਤੇ ਕਹਿੰਦੇ ਨਹੀਂ ਮੈਂ ਤਾਂ ਸ਼ਰਤ ਲਾ ਸਕਦਾ, ਇਹ ਤਾਂ ਤੁਸੀਂ ਇਹ ਤਾਂ ਬਾਣੀ ਹੈ, ਮੈਂ ਤਾਂ ਜਿੰਨੀ ਮਰਜ਼ੀ ਦੀ ਸ਼ਰਤ ਲਾ ਲਓ। ਮੈਂ ਕਿਹਾ ਭਾਈ ਕਾਹਦੇ ਵਾਸਤੇ ਕਾਹਦੇ ਵਾਸਤੇ। ਜਦ ਉਹਨਾਂ ਨੂੰ ਦੱਸਿਆ ਤੇ ਫਿਰ ਹੈਰਾਨ ਹੋ ਗਏ। ਮਾਰੇ ਰਾਖੈ ਏਕੋ ਆਪ। ਮਨ ਪਰਮਾਤਮਾ ਨੇ ਮਾਰਨਾ ਤੇ ਰੱਖਣਾ ਮਾਲਕ ਪਰਮਾਤਮਾ ਦੀ ਉਹਦੀ ਗੁਪਤ ਖੇਡ ਹੈਗੀ ਆ, ਉਹਦੀ ਗੁਪਤ ਖੇਡ ਹੈਗੀ ਏ। ਮਾਰੇ ਰਾਖੇ ਇੱਕ ਸਾਹ ਨਹੀਂ ਮਿਲਦਾ ਭਾਈ। ਮਾਰੇ ਰਾਖੈ ਏਕੋ ਆਪ, ਮਾਨੁ ਕੈ ਕਿਛ ਨਾਹੀ ਹਾਥ। ਕਿਸੇ ਦੇ ਕੋਲ ਕੁਛ ਨਹੀਂ ਹੈਗਾ ਇਹ ਮਾਰਨ ਤੇ ਰੱਖਣ ਵਾਲਾ ਕੰਮ। ਤਿਸ ਕਾ ਹੁਕਮ ਬੂਝ ਸੁਖ ਹੋਏ। ਕਹਿੰਦੇ ਉਹਦਾ ਹੁਕਮ ਬੁੱਝ, ਮਾਲਕ ਪਰਮਾਤਮਾ ਦਾ, ਤਿਸ ਕਾ ਹੁਕਮ ਬੂਝ ਸੁਖ ਹੋਏ। ਸੁਖੀ ਹੋ ਜਾਏਗਾ ਜੇ ਬੁੱਝ ਲਏਗਾ ਹੁਕਮ। ਕੀ ਹੁਕਮ ਆ? ਤਿਸ ਕਾ ਨਾਮ ਰੱਖ ਕੰਠ, ਕੰਠ ਪਰੋਏ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਨਾਮ ਜਿਹੜਾ ਹੈਗਾ ਆਪਣੇ ਕੰਠ ਦੇ ਵਿੱਚ ਪਰੋ ਕੇ ਰੱਖ। ਕਿਉਂਕਿ ਸਵਾਸ ਚੱਲ ਰਹੇ ਆਪਣੇ, ਜਿਹੜੇ ਸਵਾਸ ਜਾ ਰਹੇ ਆ ਰਹੇ ਜਿਹੜੇ ਹਮੇਸ਼ਾ ਹੀ ਹਮੇਸ਼ਾ ਹੀ ਚੱਲਣੇ ਆ ਸਵਾਸ ਪਾਏ। ਬਸ ਉਹ ਕੰਠ ਦੇ ਵਿੱਚ ਸਵਾਸ ਜਾਂਦੇ ਹੀ ਜਾਂਦੇ ਹੈਗੇ ਆ। ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਕੰਠ ਦੇ ਵਿੱਚ ਪਰੋ ਕੇ ਰੱਖ ਲਾ, ਔਰ ਆਟੋਮੈਟਿਕਲੀ ਜਿਹੜਾ ਹੈਗਾ ਤੇਰੇ ਅੰਦਰ ਜਿਹੜਾ ਹੈਗਾ ਉਹ ਨਾਮ ਚੱਲ ਪਏਗਾ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ 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 ਪ੍ਰਭ ਸੋਏ। ਉਸ ਮਾਲਕ ਨੂੰ ਸਮਰਨ ਕਰ। 3 ਵਾਰੀ ਦੇਖੋ ਕਹਿ ਰਹੇ ਮਹਾਰਾਜ, ਨਾਨਕ ਬਿਗਨ ਨਾ ਲਾਗੇ ਕੋਏ। ਕੋਈ ਵੀ ਤੈਨੂੰ ਰੁਕਾਵਟ ਨਹੀਂ ਆਏਗੀ ਇਸ ਰਸਤੇ ਦੇ ਉੱਤੇ, ਧਿਆਨ ਸਿਮਰਨ ਦੇ ਰਸਤੇ ਦੇ ਉੱਤੇ, ਇਸ ਲਿਵ ਵਾਲੇ ਰਸਤੇ ਦੇ ਉੱਤੇ ਤੇਰੀ ਬੁੱਧੀ ਦੀ ਲੋੜ ਨਹੀਂ ਹੈ। ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ। ਕਹਿੰਦੇ ਆਪਣੇ ਮਨ ਦੇ ਵਿੱਚ ਉਸ ਨਿਰੰਕਾਰ ਪਰਮਾਤਮਾ ਦੀ ਮਨ ਲਗਾ ਕੇ ਉਸਤਤ ਕਰ। ਮਨ ਦੇ ਨਾਲ ਕਰ ਉਸਤਤ ਉਸ ਮਾਲਕ ਪਰਮਾਤਮਾ ਦੀ। ਕਰ ਮਨ ਮੇਰੇ ਸਤ ਵਿਵਹਾਰ। ਆਹੀ ਹੈ ਸਤ ਵਿਵਹਾਰ ਭਾਈ। ਜੇ ਉਸਤਤ ਕਰੇਗਾ ਤੇ ਤੇਰੇ ਆਟੋਮੈਟਿਕਲੀ ਤੇਰੇ ਜਿਹੜਾ ਹੈਗਾ ਤੇਰਾ ਦੁਨੀਆ ਦੇ ਨਾਲ ਵਿਵਹਾਰ ਜਿਹੜਾ ਹੈਗਾ ਉਹ ਸੱਤ ਵਾਲਾ ਹੋ ਜਾਏਗਾ। ਕਿਸੇ ਦਾ ਮਾੜਾ ਨਹੀਂ ਸੋਚੇਗਾ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਕਿਉਂਕਿ ਆਪਾਂ ਨੇ ਉਸਤਤ ਕਰਕੇ ਬਾਅਦ 'ਚ ਵਰਤਣਾ ਤਾਂ ਜਿਹੜਾ ਹੈਗਾ ਕਿੰਨਾ ਸਮਾਂ ਜਿਹੜਾ ਹੈਗਾ ਦੁਨੀਆ ਦੇ ਨਾਲ ਵਰਤਣਾ ਹੈ ਆਪਾਂ ਨੇ। ਘੱਟ ਤੋਂ ਘੱਟ ਜਿਹੜੇ ਹੈਗੇ 13-14 ਘੰਟੇ ਆਪਾਂ ਨੇ ਦੁਨੀਆ ਦੇ ਨਾਲ ਵਰਤਣਾ ਹੈ। ਅਤੇ ਜੇ ਉਸਤਤ ਮਨ ਮੈਂ ਕਰ ਨਿਰੰਕਾਰ, ਜੇ ਆਹ ਲਾਈਨ ਆਪਾਂ ਜਿਹੜੇ ਹੈਗੇ ਕਮਾਵਾਂਗੇ ਅਤੇ ਕਰ ਮਨ ਮੇਰੇ ਸਤ ਵਿਵਹਾਰ ਆਪਣੇ ਆਪ ਆ ਜਾਏਗਾ। ਨਿਰਮਲ ਰਸਨਾ ਅੰਮ੍ਰਿਤ ਪੀਓ, ਔਰ ਨਿਰਮਲ ਹੋ ਜਾਏਗਾ ਤੂੰ, ਔਰ ਰਸਨਾ ਦੇ ਨਾਲ ਵੀ, ਔਰ ਤੇਰੇ ਅੰਦਰ ਜਿਹੜਾ ਹੈਗਾ ਅੰਮ੍ਰਿਤ ਦਾ ਝਰਨਾ ਚੱਲ ਪਏਗਾ। ਤੇਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਟਿਊਨ ਹੋ ਜਾਣਗੀਆਂ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਆਪਣਾ ਜੀਓ ਜਿਹੜਾ ਹੈਗਾ ਖੁਸ਼ਹਾਲ ਕਰ ਲਾ ਹਮੇਸ਼ਾ ਵਾਸਤੇ। ਨੈਣੋ ਪੇਖ ਠਾਕੁਰ ਕਾ ਰੰਗ। ਅੱਖਾਂ ਦਿੱਤੀਆਂ ਮਾਲਕ ਪਰਮਾਤਮਾ ਨੇ। ਦੇਖ ਲਓ ਕਰਮ ਇੰਦਰੀਆਂ ਗਿਆਨ ਇੰਦਰੀਆਂ ਆ ਰਹੀਆਂ, ਕਿਤੇ ਕਰਮ ਇੰਦਰੀ ਦੱਸ ਰਿਹਾ, ਕਿਤੇ ਗਿਆਨ ਇੰਦਰੀ ਦੇ ਰਿਹਾ।
ਨੈਣੋਪੇਖ ਠਾਕੁਰ ਕਾ ਰੰਗ, ਅੱਖਾਂ ਦੇ ਨਾਲ ਮਾਲਕ ਪਰਮਾਤਮਾ ਦਾ ਰੰਗ, ਜਿੱਥੇ ਅੱਖਾਂ ਦੇਖ ਰਹੀਆਂ ਤੇਰੇ ਮਾਲਕ ਦਾ ਰੰਗ ਦੇਖ। ਸਾਧ ਸੰਗ ਬਿਨਸੈ ਸਭ ਸੰਗ, ਜੇ ਸਾਧ ਸੰਗਤ ਕਰ ਲੇਗਾ ਤੇ ਸਾਰੀ ਸੰਗਤ ਮਾੜੀ ਜਿਹੜੀ ਹੈਗੀ ਬਿਨਸ ਜਾਏਗੀ, ਤੇਰੀਆਂ ਲੀਹਾਂ ਖਤਮ ਹੋ ਜਾਣਗੀਆਂ। ਨੈਣੋਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੂੰ ਮਾਰਗ ਗੋਬਿੰਦ। ਚਰਨ ਕਹਿੰਦੇ ਆ ਪੈਰਾਂ ਦੇ ਨਾਲ, ਵੀ ਮੈਂ ਮਾਲਕ ਪਰਮਾਤਮਾ ਦੇ ਰਸਤੇ ਤੇ ਤੁਰਾਂ। ਚਰਨ ਚਲੂੰ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ। ਉਹ ਮਾਲਕ ਪਰਮਾਤਮਾ ਨੂੰ ਮਾੜਾ ਜਿਹਾ ਵੀ ਜਪਾਂਗੇ ਤੇ ਪਾਪ ਮਿਟ ਜਾਣਗੇ ਭਾਈ। ਕਰ ਹਰ ਕਰਮ ਸ਼ਰਵਣ ਹਰ ਕਥਾ, ਕਹਿੰਦੇ ਕੰਨਾਂ ਦੇ ਨਾਲ, ਪਹਿਲਾਂ ਹੱਥਾਂ ਦੇ ਨਾਲ ਪਰਮੇਸ਼ਰ ਦਾ ਕਰਮ ਕਰ। ਹੱਥਾਂ ਦੇ ਨਾਲ, ਹੱਥ ਜਿਹੜੇ ਹੈਗੇ ਉਹ ਵੀ ਜਿਹੜਾ ਹੈਗਾ ਹੱਥਾਂ ਦੇ ਨਾਲ ਜਿਹੜਾ ਹੈਗਾ ਗੁਰੂ ਦੀ ਮੱਤ ਲੈ। ਹੱਥਾਂ ਦੇ ਨਾਲ ਜਿਹੜਾ ਹੈਗਾ ਉਹ ਕਿਸੇ ਦੀ ਸੇਵਾ ਕਰ। ਇਹ ਹੱਥ ਦਿੱਤੇ ਆ ਤੈਨੂੰ, ਇਹ ਕਰਮ ਇੰਦਰੀਆਂ ਦਿੱਤੀਆਂ ਆ। ਕਰ ਹਰ ਕਰਮ, ਪਰਮੇਸ਼ਰ ਦਾ ਕਰਮ ਕਰ। ਸਰਵਣ ਹਰ ਕਥਾ, ਕੰਨਾਂ ਦੇ ਨਾਲ ਪਰਮਾਤਮਾ ਦੀ ਕਥਾ ਸੁਣ। ਪਰਮਾਤਮਾ ਦੀ ਕਥਾ ਕੀ ਹੈ? ਵੀ ਪਰਮਾਤਮਾ ਦੇ ਨੇੜੇ ਕਿਵੇਂ ਹੋਣਾ ਹੈ ਆਪਾਂ ਨੇ। ਹਰ ਦਰਗਾਹ ਨਾਨਕ ਉਜਲ ਮੱਥਾ, ਤੇਰਾ ਮੱਥਾ ਜਿਹੜਾ ਹੈਗਾ ਪਰਮਾਤਮਾ ਦੀ ਦਰਗਾਹ ਤੇ ਉਜਲਾ ਹੋ ਜਾਏਗਾ। ਦੇਖ ਲਓ ਆਪਣੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਮਹਾਰਾਜ ਦੱਸ ਰਹੇ ਭਾਈ, ਇਸ ਤਰੀਕੇ ਦੇ ਨਾਲ ਸਾਰੇ ਜਿਹੜੇ ਹੈਗੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਆਪਣੀਆਂ, ਇਹ ਭਗਤੀ ਕਰਨ ਲੱਗ ਪੈਂਦੀਆਂ, ਸਹਾਇਤਾ ਕਰਦੀਆਂ। ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਕਹਿੰਦੇ ਵੱਡੇ ਭਾਗਾਂ ਵਾਲੇ ਉਹ ਹੈਗੇ ਜਿਹੜੇ ਕਿ ਹਮੇਸ਼ਾ ਹੀ ਉਹਨਾਂ ਦੀ ਪ੍ਰਾਇਰਟੀ ਰਹਿੰਦੀ ਹੈ ਕਿ ਪਰਮੇਸ਼ਰ ਦਾ ਜਿਹੜਾ ਹੈਗਾ ਬੰਦਗੀ ਕਰਨੀ, ਸਦਾ ਸਦਾ ਹਰ ਕੇ ਗੁਣ ਗਾਏ, ਬੰਦਗੀ ਕਰਨੀ ਮਾਲਕ ਪਰਮਾਤਮਾ ਦੀ। ਇਹ ਉਹਨਾਂ ਦੀ ਚੋਇਸ, ਉਹਨਾਂ ਦੀ ਜਿੰਨਾ ਉਤਸ਼ਾਹ ਰਹਿੰਦਾ ਉਹਨਾਂ ਦੇ ਅੰਦਰ। ਵੱਡ ਭਾਗੀ, ਵੱਡੇ ਭਾਗਾਂ ਵਾਲੇ ਆ ਭਾਈ। ਵੱਡ ਭਾਗੀ ਤੇ ਜਨ ਜਗ ਮਾਹੇ, ਸੰਸਾਰ ਦੇ ਵਿੱਚ ਸਦਾ ਸਦਾ ਹਰ ਕੇ ਗੁਣ ਗਾਏ। ਜਿਹੜੇ ਭਗਤੀ ਕਰ ਰਹੇ ਉਹ ਵੱਡੇ ਭਾਗਾਂ ਵਾਲੇ ਆ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਜਿਹੜੇ ਰਾਮ ਦੇ ਨਾਮ ਦਾ ਵਿਚਾਰ ਕਰਦੇ ਆ, ਰਾਮ ਦੇ ਨਾਮ ਦੀ ਖੱਟੀ ਕਰਦੇ ਆ, ਕਹਿੰਦੇ ਉਹ ਤਾਂ ਧਨਵਾਨ ਆ ਭਾਈ। ਅਸਲੀ ਧਨ ਤਾਂ ਉਹਨਾਂ ਦੇ ਕੋਲ ਆ। ਸੇ ਧਨਵੰਤ ਗਨੀ, ਗਨੀ ਉਹ ਤਾਂ ਗਨੀ ਹੈਗੇ ਆ। ਗਨੀ ਕਹਿੰਦੇ ਅਮੀਰ। ਸੰਸਾਰ ਦੇ ਵਿੱਚ ਮਨ ਤਨ ਮੁਖ ਬੋਲੇ ਹਰ ਮੁਖੀ। ਮਨ ਦੇ ਨਾਲ ਵੀ ਤੇ ਤਨ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਵੀ ਸਹਾਇਤਾ ਕਰ ਰਹੀਆਂ। ਮੁਖ ਦੇ ਨਾਲ ਵੀ ਉਹ ਮਾਲਕ ਪਰਮਾਤਮਾ ਮੁਖੀ ਜਿਹੜਾ ਹੈਗਾ ਉਹਨੂੰ ਬੋਲਦੀਆਂ ਹੈ। ਮਨ, ਤਨ ਔਰ ਮੁਖ, ਦੇਖ ਲਓ ਤਿੰਨੋਂ ਆ ਗਏ। ਮਨ ਬਚ ਕਰਮ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਹਮੇਸ਼ਾ ਹਮੇਸ਼ਾ ਵਾਸਤੇ ਉਹ ਸੁਖੀ ਹੋ ਜਾਏਗਾ। ਇੱਕੋ ਇੱਕ ਪਛਾਣੇ, ਇੱਕ ਮਾਲਕ ਪਰਮਾਤਮਾ ਨੂੰ ਅਨੇਕਤਾ ਦੇ ਵਿੱਚ, ਇੱਕ ਨੂੰ, ਸਿਰਫ ਇੱਕ ਨੂੰ ਪਛਾਣੇ। ਨਹੀਂ ਪਛਾਣੇਗਾ ਤੇ ਵਿਚਾਰ ਤੇਰੇ ਨਹੀਂ ਰੁਕਣਗੇ ਭਾਈ। ਇੱਕੋ ਇੱਕ ਪਛਾਣੇ, ਇਤ ਉਤ ਕੀ ਉਹ ਸੋਝੀ ਜਾਣੇ। ਲੋਕ ਪਰਲੋਕ ਦੀ ਸੂਝ ਹੋ ਜਾਏਗੀ ਭਾਈ। ਇੱਥੇ ਵੀ ਮਾਲਕ ਔਰ ਉਹ ਜਿਹੜਾ ਪਰਲੋਕ ਸੇ ਸਰੀਰ ਦੇ ਬਾਅਦ ਜਿਹੜਾ ਹੈਗਾ ਉਹ ਇੱਥੇ ਹੀ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਇਤ ਉਤ ਕੀ ਉਹ ਸੋਝੀ ਜਾਣੇ। ਇੱਥੇ ਕੀ ਕਰਮ ਕਰਨਾ ਹੈ, ਇੱਥੇ ਕਾਹਦੇ ਵਾਸਤੇ ਆਇਆ ਮੈਂ। ਇਹ ਹਰ ਚੀਜ਼ ਤੇ ਜਿਹੜਾ ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨ ਪ੍ਰਗਟ ਹੋ ਜਾਏਗਾ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਨਿਰੰਜਨ ਜਾਣਿਆ। ਨਾਮ ਦੇ ਨਾਲ ਜਿਹਦਾ ਮਨ ਮੰਨ ਗਿਆ ਭਾਈ, ਜਿਹਦਾ ਮਨ ਖੁਸ਼ਹਾਲੀ ਦੇ ਨਾਲ, ਖੁਸ਼ੀ ਦੇ ਨਾਲ ਜਿਹੜਾ ਹੈਗਾ ਉਤਸ਼ਾਹਿਤ ਹੋ ਗਿਆ ਨਾਮ ਦੇ ਵਿੱਚ, ਕਹਿੰਦੇ ਉਹਨੇ ਉਸ ਨਿਰੰਜਨ ਨੂੰ, ਮਾਲਕ ਨੂੰ ਜਾਣ ਲਿਆ। ਨਾਨਕ ਤਿਨੈ ਨਿਰੰਜਨ ਜਾਣਿਆ। ਕਿਉਂਕਿ ਨਾਮ ਹੀ ਤਾਂ ਪ੍ਰਗਟ ਕਰਨਾ ਹੈ, ਨਾਮ ਹੀ ਤਾਂ ਗੁਪਤ ਪਿਆ ਹੋਇਆ ਹੈ। ਗੁਰ ਪ੍ਰਸਾਦ ਆਪਨ ਆਪ ਸੁਝੈ। ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਦੇ ਬਾਰੇ ਸੂਝ ਹੁੰਦੀ ਆ। ਆਪਣੇ ਔਗੁਣ ਦਿਖਦੇ ਆ ਭਾਈ। ਆਪਣੇ ਅੰਦਰ ਜਿਹੜਾ ਝਾੜੂ ਮਾਰਦਾ ਹੈ ਉਹ।
ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਉਹਦੀ ਹੀ ਤ੍ਰਿਸ਼ਨਾ ਬੁਝਦੀ ਹੈ ਭਾਈ ਜਿਹੜਾ ਆਪਣੇ ਅੰਦਰ ਜਿਹੜਾ ਹੈਗਾ ਦੇਖਦਾ, ਆਪਣੇ ਅਵਗੁਣ ਦੇਖਦਾ ਹੈ। ਸਾਧ ਸੰਗ ਹਰ ਹਰ ਜਸ ਕਹਿਤ, ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਜਸ ਕਰਦਾ ਹੈ। ਸਰਬ ਰੋਗ ਤੇ ਉਹ ਹਰ ਜਨ ਰਹਿਤ, ਉਹ ਹਰੀ ਜਨ ਹੋ ਜਾਏਗਾ ਭਾਈ, ਉਹ ਸਾਰੇ ਰੋਗਾਂ ਤੋਂ ਰਹਿਤ ਹੋ ਜਾਏਗਾ। ਅਨਦਿਨ ਕੀਰਤਨ ਕੇਵਲ ਬਖਿਆਨ, ਅਨਦਿਨ ਉਹਦਾ ਰੂਟੀਨ ਕੀ ਹੋ ਗਿਆ? ਧਿਆਨ ਸਿਮਰਨ ਪ੍ਰੇਮ ਦੇ ਨਾਲ, ਵਿਰਾਗ ਦੇ ਨਾਲ। ਅਨਦਿਨ ਕੀਰਤਨ ਕੇਵਲ ਬਖਿਆਨ, ਆਹੀ ਕੇਵਲ ਆਹੀ ਬਖਿਆਨ ਹੈ ਉਹਦਾ। ਗ੍ਰਸਤ ਮੈਂ ਸੋਈ ਨਿਰਵਾਣ, ਉਹ ਘਰ ਗ੍ਰਸਤੀ ਦੇ ਵਿੱਚ, ਟੱਬਰ ਦੇ ਵਿੱਚ ਜਿਹੜਾ ਕਹਿੰਦੇ ਉਹੀ ਨਿਰਵਾਣ ਹੈਗਾ ਭਾਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਹੈਗਾ। ਇੱਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਏ ਜਮ ਕੀ ਫਾਸਾ। ਇੱਕ ਉੱਤੇ ਉਸ ਇੱਕ ਮਾਲਕ ਪਰਮਾਤਮਾ ਤੇ ਜਿਹਦੀ ਆਸ ਹੋ ਗਈ, ਜਿਹਨੇ ਆਪਣੀ ਚੈਟਰਿੰਗ ਬੰਦ ਕਰ ਦਿੱਤੀ। ਇੱਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਏ ਜਮ ਕੀ ਫਾਸਾ, ਉਹਦੀ ਜਮ ਦੀ ਫਾਹੀ ਕੱਟ ਜਾਏਗੀ ਭਾਈ। ਕੱਟਣ ਵਾਲਾ ਮਾਲਕ ਪਰਮਾਤਮਾ ਹੈਗਾ। ਆਖਰ ਜਿਹੜੇ ਹੈਗੇ ਇਹਨਾਂ ਦੇ ਉੱਤੇ ਆਪਾਂ ਨੇ ਮਰਨ ਮਿਟਣਾ ਹੈ ਭਾਈ। ਇਹ ਅੱਖਰ ਜੋ ਕਹਿ ਰਹੇ ਆ ਉਹ ਕੰਮ ਆਪਾਂ ਨੇ ਕਰਨਾ ਹੈ। ਸਭ ਤੋਂ ਸੁਪਰੀਮ ਹੈਗੇ। एक ऊपर जिस जन की आशा, तिस की कटिए जम की फासा। पार ब्रह्म की जिस मन भूख, ਨਾਨਕ ਤਿਸੇ ਨਾ ਲਾਗੇ ਦੁੱਖ। ਕਹਿੰਦੇ ਜਿਸ ਨੂੰ ਪਰਮੇਸ਼ਰ ਦੀ ਭੁੱਖ ਲੱਗ ਗਈ, ਮਾਲਕ ਪਰਮਾਤਮਾ ਦੀ ਖਿੱਚ ਪੈਦਾ ਹੋ ਗਈ, ਜਿਹਦੇ ਅੰਦਰ ਬੈਰਾਗ ਹੋ ਗਿਆ, ਕਹਿੰਦੇ ਉਹਨੂੰ ਤ੍ਰਿਸ਼ਨਾ ਨਹੀਂ ਲੱਗੇਗੀ ਭਾਈ। ਮਨ ਦੇ ਵਿੱਚ ਇੱਕੋ ਹੀ ਚੀਜ਼ ਬੈਠ ਸਕਦੀ ਹੈ। ਜੇ ਮਾਲਕ ਦੀ ਯਾਦ ਮਾਲਕ ਬੈਠ ਗਿਆ ਤੇ ਮਾਇਆ ਨਹੀਂ ਬੈਠ ਸਕਦੀ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁੱਖ। जिसको हर प्रभ मन चित आवे, सो संत सुहेला नहीं डुलावे। ਜਿਹਨੂੰ ਉਹ ਮਾਲਕ ਪਰਮਾਤਮਾ ਚਿੱਤ ਦੇ ਵਿੱਚ ਆ ਗਿਆ, ਉਹ ਪਰਮਾਤਮਾ ਮਨ ਦੇ ਵਿੱਚ, ਚਿੱਤ ਦੇ ਵਿੱਚ ਆ ਗਿਆ। ਚਿੱਤ ਦੇ ਵਿੱਚ ਆਉਣਾ ਕੀ ਹੈ? ਸੁਰਤ ਜਿਹੜੀ ਹੈਗੀ ਅੰਦਰ ਮਨ ਦੇ ਵਿੱਚ ਵੜ ਗਈ ਸੁਰਤ। ਜਿਸ ਕੋ ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਉਹ ਸੰਤ, ਹੁਣ ਇਹ ਸੰਤ ਵਰਡ ਜਿਹੜਾ ਹੈਗਾ, ਇਹ ਸੰਤ ਕੀ ਹੈਗਾ? ਸੰਤ ਜਿਹੜਾ ਹੈਗਾ, ਇਹ ਅੱਖਰ ਜਿਹੜਾ ਹੈ ਸੰਤ ਦਾ ਮਤਲਬ ਹੁੰਦਾ ਹੈ ਸ਼ਾਂਤ। ਸ਼ਾਂਤ ਤੋਂ ਸੰਤ ਬਣਿਆ ਹੈ, ਜਿਹਦੇ ਅੰਦਰ ਸ਼ਾਂਤੀ ਹੈਗੀ, ਖੁਸ਼ੀ ਹੈਗੀ। ਕਹਿੰਦੇ ਉਹ ਸੰਤ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਡੋਲਦਾ ਨਹੀਂ ਹੈ ਮਾਇਆ ਦੇ ਜਿੰਨੇ ਮਰਜ਼ੀ ਹੱਲੇ ਹੋਣ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰ ਹੈ। ਜਿਸ ਦੇ ਉੱਤੇ ਇਸ ਤਰ੍ਹਾਂ ਮਾਲਕ ਪਰਮਾਤਮਾ ਕਿਰਪਾ ਕਰ ਦਿੰਦਾ ਹੈ, ਉਹ ਕਿਸ ਤੋਂ ਡਰੂਗਾ ਭਾਈ? ਮਾਇਆ ਕੀ ਚੀਜ਼ ਹੈ ਉਹਦੇ ਸਾਹਮਣੇ? ਜੈਸਾ ਸਾ ਤੈਸਾ ਦ੍ਰਿਸ਼ਟ ਆਇਆ। ਜਿਹੇ ਜਿਹਾ ਮਾਲਕ ਹੈਗਾ, ਦੇਖ ਲਓ ਗੁਪਤ ਜਿਹੜਾ ਹੈਗਾ, ਨਿਰਗੁਣ ਪਰਮਾਤਮਾ ਜਿਹੜਾ ਹੈਗਾ ਪ੍ਰਗਟ ਹੋ ਜਾਂਦਾ ਹੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਜਰਾ ਵੀ ਭੇਤ ਨਹੀਂ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਹੁਣ ਕਹਿੰਦੇ ਕਾਰਜ ਉਹਦਾ ਹੋ ਗਿਆ। ਕਹਿੰਦੇ ਹੁਣ ਉਹਦੇ ਵਿੱਚ ਜਿਹੜਾ ਹੈਗਾ, ਉਹਦੇ ਵਿੱਚ ਪ੍ਰਕਿਰਤੀ ਨਹੀਂ ਰਹੀ। ਹੁਣ ਜਿਹਦੇ ਅੰਦਰ ਉਹਨੇ ਆਪਣਾ ਆਪ ਪ੍ਰਗਟ ਕਰ ਦਿੱਤਾ, ਉਹ ਤਾਂ ਆਪ ਹੀ ਹੋ ਗਿਆ। ਹੁਣ ਆਪਣਾ ਹੀ ਕਾਰਜ ਹੋ ਗਿਆ, ਆਪ ਹੀ ਉਹਨੇ ਆਪ ਸਮਾਇਆ ਹੋਇਆ ਹੈ। ਉੱਥੇ ਤਾਂ ਦੂਸਰਾ ਹੈ ਹੀ ਨਹੀਂ ਕੋਈ। ਆਪਣੇ ਕਾਰਜ ਮੈਂ ਆਪ ਸਮਾਇਆ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਕਿਵੇਂ ਪਹੁੰਚ ਗਿਆ? ਸੋਦਤ 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 ਸੀਜਿਆ। ਕਹਿੰਦੇ ਧਿਆਨ ਸਿਮਰਨ ਕਰ ਕਰਕੇ, ਕਰ ਕਰਕੇ, ਕਰ ਕਰਕੇ ਬਸ ਆ ਸੀਜ ਆ ਗਈ। ਸੋਦਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਤਤ ਵਸਤੂ ਸਾਰੀ ਦੀ ਸਾਰੀ ਬੁੱਝ ਗਈ। ਪਤਾ ਲੱਗ ਗਈ ਵੀ ਤਤ ਕੀ ਹੈ ਦੁਨੀਆ ਦੇ ਵਿੱਚ, ਇਹ ਚੋਗਾ ਕੀ ਹੈ, ਤਤ ਕੀ ਹੈਗਾ। ਜਬ ਦੇਖੋ ਤਬ ਸਭ ਕੁਛ ਮੂਲ। ਬਸ ਹੁਣ ਇਹ ਅਭਿਆਸੀ ਜਿਹੜਾ ਹੈਗਾ, ਉਹ ਸੰਤ ਜਿਹੜਾ ਹੈਗਾ, ਉਹ ਸਾਧੂ, ਜੋ ਕੁਛ ਵੀ ਦੇਖਦਾ ਹੈ ਕਹਿੰਦੇ ਮੂਲ ਹੀ ਨਜ਼ਰ ਆਉਂਦਾ ਹੈ, ਪਰਮਾਤਮਾ ਹੀ ਦਿਸਦਾ ਹੈ ਉਹਨੂੰ ਹਰੇਕ ਚੀਜ਼ ਦੇ ਵਿੱਚ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ।
ਕਹਿੰਦੇ ਉਹੀ ਸੂਖਮ ਵੀ ਉਹੀ ਹੈ, ਔਰ ਜਿਹੜਾ ਹੈਗਾ ਜੋ ਦਿਸ ਰਿਹਾ ਆ ਇਹ ਆਕਾਰ ਜਿਹੜਾ ਹੈਗਾ ਉਹ ਵੀ ਮਾਲਕ ਪਰਮਾਤਮਾ ਹੀ ਹੈਗਾ, ਕੋਈ ਭੇਤ ਨਹੀਂ ਹੈਗਾ। ਛੇਵਾਂ ਬੰਦ, ਹੁਣ ਜਦ ਆ ਸਟੇਜ ਆ ਗਈ ਤੇ ਫਿਰ ਜਿਹੜਾ ਹੈਗਾ ਆ ਗਿਆਨ ਨਹਿ ਕਿਸ ਜਨਮੈ ਨਹਿ ਕਿਛ ਮਰੈ। ਕਹਿੰਦੇ ਕੋਈ ਜਨਮ ਮਰਨ ਤਾਂ ਹੋ ਹੀ ਨਹੀਂ ਰਿਹਾ, ਆਤਮਾ ਤਾਂ ਉਹੀ ਜੀ ਦੀ ਉਹੀ ਜੀ ਹੈਗੀ। ਸਰੀਰ ਮਿਲ ਜਾਂਦਾ ਪੰਜਾਂ ਤੱਤਾਂ ਦਾ, ਫਿਰ ਚਲੇ ਜਾਂਦਾ ਹੈ, ਫਿਰ ਮਿਲ ਜਾਂਦਾ ਹੈ, ਫਿਰ ਚਲੇ ਜਾਂਦਾ ਹੈ। ਨਹਿ ਕਿਸ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੇ। ਕਹਿੰਦੇ ਮਾਲਕ ਪਰਮਾਤਮਾ ਦੀ ਖੇਡ ਹੈ, ਚਲਿਤ ਆ ਤਮਾਸ਼ਾ ਹੈਗਾ ਮਾਲਕ ਦਾ, ਆਪ ਹੀ ਕਰ ਰਿਹਾ ਹੈ ਮਾਲਕ ਪਰਮਾਤਮਾ। ਇਹ ਪੰਜ ਤੱਤ ਜਿਹੜੇ ਜੋ ਕੁਛ ਵੀ ਹੈ ਸ਼ਕਤੀ ਮਾਲਕ ਪਰਮਾਤਮਾ ਦੀ ਉਹਦੇ ਕੋਲ ਹੀ ਰਹਿਣੀ ਹੈ, ਇਹਨਾਂ ਨੇ ਨਹੀਂ ਕਿਤੇ ਜਾਣਾ, ਨਾ ਇਹਨਾਂ ਨੂੰ ਕੋਈ ਨਸ਼ਟ ਕਰ ਸਕਦਾ ਹੈ ਭਾਈ। ਨਹਿ ਕਿਸ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੇ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਕਹਿੰਦੇ ਆਉਣਾ ਜਾਣਾ ਜੋ ਦਿਖ ਰਿਹਾ ਆ ਨਹੀਂ ਦਿਖ ਰਿਹਾ ਆ, ਜਿਹੜਾ ਪਿੱਛੇ ਹੈਗਾ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਕਹਿੰਦੇ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਮਾਲਕ ਦੀ ਆਗਿਆ ਦੇ ਵਿੱਚ ਚੱਲ ਰਹੀ ਆ ਭਾਈ, ਆਗਿਆ ਦੇ ਵਿੱਚ ਖੜੀ, ਆਗਿਆ ਦੇ ਵਿੱਚ ਮੂਵਮੈਂਟ ਹੋ ਰਹੇ ਸਾਰੇ ਦੇ ਸਾਰੇ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਜੋ ਆਉਂਦਾ ਜਾਂਦਾ ਦਿਸ ਰਿਹਾ ਆ, ਜੋ ਦਿਸ ਰਿਹਾ ਹੈ, ਜੋ ਨਹੀਂ ਦਿਸ ਰਿਹਾ ਹੈ ਭਾਈ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਸਾਰੀ ਉਸ ਮਾਲਕ ਦੀ ਆਗਿਆ ਦੇ ਵਿੱਚ ਹੈਗੀ, ਆਗਿਆ ਦੇ ਨਾਲ ਹੈਗੀ, ਹੁਕਮ ਦੇ ਵਿੱਚ ਹੈਗੀ। ਆਪੇ ਆਪ ਸਗਲ ਮੈਂ ਆਪ ਹੀ ਆਪ ਹੈ, ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਆਪ ਹੀ ਹੈਗਾ। ਅਨੇਕ ਜੁਗਤ ਰਚ ਥਾਪ ਉਥਾਪ, ਅਨੇਕਾਂ ਜੁਗਤੀਆਂ ਦੇ ਨਾਲ ਇਹ ਰਚਨਾ ਕੀਤੀ ਹੈ ਮਾਲਕ ਨੇ। ਰਚਨਾ ਕਰਕੇ ਥਾਪ ਕੇ ਫਿਰ ਉਥਾਪ ਦਿੰਦਾ ਹੈ, ਮਿਟਾ ਦਿੰਦਾ ਹੈ ਮਾਲਕ ਪਰਮਾਤਮਾ। ਅਬਨਾਸੀ ਨਾ ਹੀ ਕਿਛ ਖੰਡ, ਅਬਨਾਸੀ ਹੈਗਾ ਮਾਲਕ ਪਰਮਾਤਮਾ, ਹਮੇਸ਼ਾ ਰਹਿਣ ਵਾਲਾ, ਕੋਈ ਖੰਡ ਨਹੀਂ ਹੈਗਾ ਉਹਦਾ, ਇੱਕ ਹੈਗਾ ਸਾਰਾ ਦਾ ਸਾਰਾ ਖੇਡ, ਸਾਰਾ ਕੁਛ। ਅਬਨਾਸੀ ਨਾ ਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਮੰਡ। ਦੇਖ ਲਓ ਕਹਿੰਦੇ ਕਿਸ ਤਰ੍ਹਾਂ ਜਿਹੜਾ ਹੈਗਾ ਮਾਲਕ ਨੇ ਸਾਰਾ ਬ੍ਰਹਮੰਡ ਜਿਹੜਾ ਹੈਗਾ ਬਣਾਇਆ ਹੋਇਆ ਹੈ, ਔਰ ਆਸਰਾ ਦਿੱਤਾ ਹੋਇਆ, ਟਿਕਾਇਆ ਹੋਇਆ ਸਾਰਾ ਦਾ ਸਾਰਾ। ਅਲਖ ਅਭੇਵ ਪੁਰਖ ਪ੍ਰਤਾਪ, ਲਖਿਆ ਨਹੀਂ ਜਾਂਦਾ ਮਾਲਕ ਪਰਮਾਤਮਾ, ਉਹਦਾ ਭੇਵ ਨਹੀਂ ਪਤਾ ਲੱਗਦਾ, ਗਹਿਰਾਈ ਨਹੀਂ ਪਤਾ ਲੱਗਦੀ। ਉਹ ਪਰਮਾਤਮਾ ਜਿਹੜਾ ਹੈਗਾ ਉਹਦਾ ਪ੍ਰਤਾਪ ਨਹੀਂ ਪਤਾ ਲੱਗਦਾ, ਉਸ ਪੁਰਖ ਦਾ, ਉਹਦੀ ਸ਼ਕਤੀ। ਆਪ ਜਪਾਏ ਤਾਂ ਨਾਨਕ ਜਾਪ, ਮਾਲਕ ਪਰਮਾਤਮਾ ਨੇ ਮਿਹਰ ਕਰਨੀ ਹੈ ਭਾਈ, ਉਹਦੀ ਮਿਹਰ ਦੇ ਨਾਲ ਹੀ ਨਾਮ ਆਪਾਂ ਜਪ ਸਕਦੇ ਹਾਂ, ਧਿਆਨ ਸਿਮਰਨ ਕਰ ਸਕਦੇ ਹਾਂ, ਕੋਈ ਵੀ ਕਾਰਵਾਈ ਆਪਾਂ ਉਹਦੀ ਮਿਹਰ ਦੇ ਨਾਲ ਕਰ ਸਕਦੇ ਹਾਂ। ਆਪਣੇ ਅੰਦਰ ਚੁਆਇਸ ਹੋਣੀ ਚਾਹੀਦੀ ਹੈ, ਬਸ ਆਪਣੀ ਚੁਆਇਸ ਹੈ, ਅੱਗੇ ਮਾਲਕ ਨੇ ਜਿਹੜਾ ਹੈਗਾ ਉਹਨੇ ਦੇਣਾ ਹੈ ਭਾਈ। ਜਿਨ ਪ੍ਰਭ ਜਾਤਾ ਸੋ ਸੋ ਭਵੰਤ, ਜਿਸਨੇ ਵੀ ਮਾਲਕ ਪਰਮਾਤਮਾ ਨੂੰ ਜਾਣ ਲਿਆ ਸਾਰਿਆਂ ਦੇ ਵਿੱਚ, ਉਹ ਕਹਿੰਦੇ ਸੋਭਾਵਾਨ ਹੋ ਗਿਆ, ਉਹਦੀ ਸੋਭਾ ਹੋ ਜਾਏਗੀ ਲੋਕ ਪਰਲੋਕ ਦੇ ਵਿੱਚ। ਜਿਨ ਪ੍ਰਭ ਜਾਤਾ ਸੋ ਸੋ ਭਵੰਤ, ਬਸ ਆਪਾਂ ਪਰਮਾਤਮਾ ਨੂੰ ਨਹੀਂ ਜਾਣਦੇ, ਆਪਣੇ ਅੰਦਰ ਹੀ ਨਹੀਂ ਜਾਣਦੇ, ਦੂਸਰੇ ਦੇ ਵਿੱਚ ਤਾਂ ਕੀ ਜਾਣਾਂਗੇ ਆਪਾਂ। ਜਿਨ ਪ੍ਰਭ ਜਾਤਾ ਸੋ ਸੋ ਭਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਉਹਨਾਂ ਦੇ ਜਿਹੜੀ ਹੈਗੀ ਸਿੱਖਿਆ ਦੇ ਨਾਲ ਸਾਰਾ ਸੰਸਾਰ ਜਿਹੜਾ ਹੈਗਾ ਉੱਧਰ ਜਾਂਦਾ ਹੈ ਭਾਈ। ਜਿਨ੍ਹਾਂ ਨੇ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਜਾਣ ਲਿਆ, ਉਹਨਾਂ ਦੇ ਤਾਂ ਵੇ ਵੀ ਖਤਮ ਹੋ ਗਈ। ਜਿਹੜੇ ਚਾਰ ਚੁਫੇਰੇ ਮਾਲਕ ਪਰਮਾਤਮਾ ਹੈਗਾ ਇਕੁਅਲ ਜਿਹੜਾ ਹੈਗਾ ਲੈਵਲ ਹੋ ਗਿਆ, ਤੇ ਕਿਹੜੇ ਪਾਸੇ ਨੂੰ ਜਿਹੜੀ ਹੈਗੀ ਕਿਹੜੇ ਪਾਸੇ ਨੂੰ ਜਾਏਗੀ ਭਾਈ। ਪਾਣੀ ਤਾਂ ਦੇਖ ਲਓ ਨਿਮਾਣ ਵਾਲ ਨੂੰ ਜਾਂਦਾ ਹੈ, ਇੱਥੇ ਤਾਂ ਇਕੁਅਲ ਲੈਵਲ ਹੋ ਗਿਆ। ਉਹਨਾਂ ਨੇ ਪਰਮਾਤਮਾ ਨੂੰ ਜਾਣ ਲਿਆ, ਵਿਚਾਰ ਕਿਵੇਂ ਜਾਣਗੇ? ਜਿਨ ਪ੍ਰਭ ਜਾਤਾ, ਵਿਚਾਰ ਤਾਂ ਜਾਣਗੇ ਜੇ ਆਪਾਂ ਡੁਐਲਿਟੀ ਦੇ ਵਿੱਚ ਹੈ, ਦੂਸਰਾ ਕੁਛ ਨਜ਼ਰ ਆ ਰਿਹਾ ਆਪਾਂ ਨੂੰ। ਤੇ ਜਿਨ ਪ੍ਰਭ ਜਾਤਾ, ਜਿਨ੍ਹਾਂ ਨੇ ਪਰਮਾਤਮਾ ਨੂੰ ਹੀ ਸਾਰਿਆਂ ਦੇ ਵਿੱਚ ਬੁੱਝ ਲਿਆ, ਉਹਨਾਂ ਦੇ ਵਿਚਾਰ ਕਿਵੇਂ ਚੱਲਣਗੇ ਭਾਈ। ਜਿਨ ਪ੍ਰਭ ਜਾਤਾ ਸੋ ਸੋ ਭਵੰਤ, ਆਹੀ ਤਾਂ ਖੇਡ ਹੈਗੀ ਸਾਰੀ ਦੀ ਸਾਰੀ। ਜਿਨ ਪ੍ਰਭ ਜਾਤਾ ਸੋ ਸੋ ਭਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਸਾਰਾ ਸੰਸਾਰ ਭਾਈ ਉਹਨਾਂ ਦੇ ਜਿਹੜੇ ਹੈਗੇ, ਉਹਨਾਂ ਦੀ ਸਿੱਖਿਆ, ਉਹਨਾਂ ਦੀ ਗਾਈਡੈਂਸ, ਉਹਨਾਂ ਦੇ ਗਿਆਨ ਦੇ ਨਾਲ ਉਧਰ ਸਕਦਾ ਹੈ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਉਹ ਪਰਮਾਤਮਾ ਦੇ ਸੇਵਕ ਆ ਭਾਈ, ਸਾਰਿਆਂ ਨੂੰ ਉਦਾਰ ਸਕਦੇ ਆ।
ਪਰਮਾਤਮਾ ਇਸੇ ਤਰੀਕੇ ਦੇ ਨਾਲ ਉਧਾਰਦਾ ਹੈ। ਆਹੀ ਖੇੜਿਆ ਮਾਲਕ ਪਰਮਾਤਮਾ ਦੀ। ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਉਹ ਪਰਮਾਤਮਾ ਦੇ ਸੇਵਕ ਆ, ਦੁੱਖ ਦੂਰ ਕਰ ਦਿੰਦੇ ਆ। ਆਪੇ ਮੇਲ ਲਏ ਕਿਰਪਾਲ, आपे मेल है, मालक परमात्मा ने मराना है भाई। आपे मेल है कृपाल। बरजिंदर जी तुसी कुछ कहना चाਹੁੰਦੇ ਹੋ? बरजिंदर जी ਤੁਹਾਡਾ आपे मेल है कृपाल, गुर का शब्द जप पाए निहाल। ਕਹਿੰਦੇ ਨਿਹਾਲ ਕਿਵੇਂ ਹੋਏ? ਧਿਆਨ ਸਿਮਰਨ ਦੇ ਦੁਆਰਾ। ਗੁਰੂ ਦਾ ਸ਼ਬਦ ਜਪ ਕੇ, ਗੁਰੂ ਦਾ ਸ਼ਬਦ ਅੰਦਰ ਪ੍ਰਗਟ ਹੋ ਗਿਆ। ਗੁਰ ਕਾ ਸ਼ਬਦ ਜਪ ਪਏ ਨਿਹਾਲ, ਉਨਕੀ ਸੇਵਾ ਸੋਈ ਲਾਗੈ। ਉਹਨਾਂ ਦੀ ਸੇਵਾ ਜਿਹੜੀ ਹੈਗੀ, ਜਿਹੜੇ ਹੈਗੇ ਪਰਮਾਤਮਾ ਦੇ ਸੇਵਕ ਹੈਗੇ ਆ, ਜਿਨ੍ਹਾਂ ਨੇ ਜਿਹੜਾ ਹੈਗਾ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਜਾਣ ਲਿਆ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਉਹਨਾਂ ਦੀ ਸੇਵਾ, ਉਨਕੀ ਸੇਵਾ ਸੋਈ ਲਾਗੈ। ਉਹਨਾਂ ਦੀ ਸੰਗਤ ਉਹਨਾਂ ਨੂੰ ਹੀ ਮਿਲਦੀ ਹੈ ਭਾਈ। ਜਿਸ ਨੂੰ ਕਿਰਪਾ ਕਰੇ ਬੜ ਭਾਗੇ, ਜਿਸ ਨੂੰ ਕਿਰਪਾ ਕਰ ਦਿੰਦਾ ਹੈ ਮਾਲਕ ਪਰਮਾਤਮਾ, ਆ ਸੰਗਤ ਬਖਸ਼ ਦਿੰਦਾ ਹੈ, ਸਾਧ ਸੰਗਤ ਬਖਸ਼ ਦਿੰਦਾ ਹੈ। ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਆ ਭਾਈ। ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਸੰਗਤ ਮਿਲ ਗਈ। ਨਾਮ ਜਪਤ ਪਾਵੇਂ ਵਿਸਰਾਮ, ਔਰ ਉਹ ਧਿਆਨ ਸਿਮਰਨ ਦੇ ਨਾਲ ਫਿਰ ਉਹਨਾਂ ਦਾ ਮਨ ਜਿਹੜਾ ਹੈਗਾ, ਜਿਹੜਾ ਪਾਰੇ ਵਾਂਗੂ ਥਿਰਕਦਾ ਹੈ, ਉਹ ਵਿਸ਼ਰਾਮ ਕਰ ਲੈਂਦਾ ਹੈ। ਨਾਮ ਜਪਤ ਪਾਵੇਂ ਵਿਸਰਾਮ, ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ। ਉਹ ਭਾਈ ਪੁਰਖ ਹੋ ਗਏ ਹੁਣ, ਕਹਿੰਦੇ ਉਹਨਾਂ ਨੂੰ ਉੱਤਮ ਕਰਕੇ ਮੰਨ ਲਾ, ਉਹਨਾਂ ਦੀ ਸੰਗਤ ਕਰ, ਉਹ ਉੱਤਮ ਹੈਗੇ ਆ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਹੁਣ ਉਹ ਜੋ ਕੁਛ ਵੀ ਕਰਨਗੇ ਪ੍ਰੈਜ਼ੈਂਟ ਦੇ ਵਿੱਚ ਹੈਗੇ ਆ। ਉਹਨਾਂ ਦਾ ਕੋਈ ਕਰਮ ਨਹੀਂ ਹੈ, ਕੋਈ ਲੇਖਾ ਨਹੀਂ ਹੈਗਾ। ਜੋ ਕੁਛ ਵੀ ਕਰਨਗੇ ਪਰਮੇਸ਼ਰ ਦੇ ਰੰਗ ਦੇ ਵਿੱਚ ਕਰਨਗੇ। ਉਹ ਜੋ ਕਿਛ ਕਰੈ, ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੈਗਾ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਉਹ ਹਮੇਸ਼ਾ ਹਮੇਸ਼ਾ ਮਾਲਕ ਪਰਮਾਤਮਾ ਦੇ ਅੰਗ ਸੰਗ ਮਾਲਕ ਉਹਦੇ ਵਸਦਾ ਹੈ ਭਾਈ। ਸਹਿਜ ਸੁਭਾਏ ਹੋਵੇ ਸੋ ਹੋਏ। ਸਹਿਜ ਸੁਭਾਏ ਜੋ ਹੋਣਾ ਹੈ, ਜੋ ਮਾਲਕ ਦੇ ਰਿਹਾ ਹੈ ਉਹਦੇ 'ਚ ਹੀ ਖੁਸ਼ ਹੈਗੇ। ਜੋ ਸਹਿਜ ਸੁਭਾਏ ਹੋ ਰਿਹਾ ਖੁਸ਼। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਕਰਨੇ ਹਾਰ ਨੂੰ ਪਛਾਣਦੇ ਹੈ ਮਾਲਕ ਪਰਮਾਤਮਾ ਨੂੰ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਮਾਲਕ ਜੋ ਵੀ ਕਰਦਾ ਹੈ ਉਹ ਅਭਿਆਸੀ ਨੂੰ, ਉਹਨਾਂ ਨੂੰ ਮਿੱਠਾ ਲੱਗਦਾ ਹੈ, ਸਾਧੂਆਂ ਨੂੰ, ਸੰਤਾਂ ਨੂੰ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਹੇ ਜਿਹਾ ਸੀਗਾ ਮਾਲਕ ਪਰਮਾਤਮਾ, ਫਿਰ ਦੇਖੋ ਕਹਿ ਰਿਹਾ ਉਹੇ ਜਿਹਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਮਾਲਕ ਨੇ ਜਿਹੇ ਜਿਹਾ ਸੀਗਾ, ਉਹਨੇ ਮਾਲਕ ਨੇ ਆਪਣਾ ਸਾਰਾ ਕੁਛ ਪ੍ਰਗਟ ਕਰ ਦਿੱਤਾ ਅਭਿਆਸੀ ਦੇ ਸਾਹਮਣੇ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਜਿਸ ਤੋਂ ਪੈਦਾ ਹੋਏ ਸੀਗੇ, ਜਿਹਨੇ ਭੇਜਿਆ ਸੀ ਮਾਲਕ ਨੇ, ਉਹਦੇ ਵਿੱਚ ਲੀਨ ਹੋ ਗਏ। ਉਹ ਸੁੱਖ ਨਿਦਾਨ ਉਹਨੂੰ ਬਣਿਆਏ। ਉਹ ਸੁੱਖਾਂ ਦਾ ਖਜ਼ਾਨਾ ਜਿਹੜਾ ਹੈਗਾ ਉਹਨਾਂ ਨੂੰ ਹੀ ਪਤਾ ਹੈ ਭਾਈ। ਉਹ ਸੁੱਖ ਜਿਹੜਾ ਹੈਗਾ ਉਹ ਮਾਣਦੇ ਆ, ਜਿਹੜੇ ਉਸ ਸਟੇਜ ਤੇ ਪਹੁੰਚਦੇ ਆ। ਆਪਸ ਕੋ ਆਪ ਦੀਨੋ ਮਾਨ, ਆਪਸ ਕੋ ਆਪ ਦੀਨੋ ਮਾਨ। ਉਹ ਤਾਂ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਆ, ਮਾਲਕ ਦੇ ਨਾਲ ਇੱਕਮਿਕ ਹੋ ਗਏ ਆ। ਉੱਥੇ ਤਾਂ ਦੂਸਰਾ ਹੈ ਹੀ ਨਹੀਂ ਆ। ਕਹਿੰਦੇ ਆਪਣੇ ਆਪ ਨੂੰ ਹੀ ਮਾਲਕ ਨੇ ਮਾਨ ਦੇ ਦਿੱਤਾ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਬਸ ਉਹ ਤਾਂ ਇੱਕ ਹੋ ਗਏ ਭਾਈ। ਉੱਥੇ ਦੂਸਰਾ ਤਾਂ ਹੈ ਹੀ ਨਹੀਂ। ਆਪਸ ਕੋ ਆਪ ਦੀਨੋ ਮਾਨ, ਮਾਲਕ ਨੇ ਆਪਣੇ ਆਪ ਨੂੰ ਹੀ ਮਾਨ ਦਿੱਤਾ ਹੈ ਭਾਈ। ਹੈ ਹੀ ਮਾਲਕ ਪਰਮਾਤਮਾ ਆਪ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਇਸ ਤੋਂ ਅੱਗੇ ਜਿਹੜੀ ਹੈਗੀ 15ਵੀਂ ਅਸ਼ਟਪਦੀ ਹੈਗੀ। ਜਿਹੜੇ ਨਵੇਂ ਆਏ ਜੀ 282 ਅੰਗ ਦੇ ਉੱਤੇ 282 ਅੰਗ ਤੇ ਹੈਗੇ 15ਵੀਂ ਅਸ਼ਟਪਦੀ ਲੈਣ ਲੱਗੇ ਆ। ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ, ਜਾਂ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ।
ਦੇਖੋ ਪਿਛਲੀ ਅਸ਼ਟਪਦੀ ਤੇ ਮਹਾਰਾਜ ਨੇ ਕਿਹਾ ਸੀਗਾ, ਦੇਖ ਪਿਆਰਿਆ, ਆਪਣੀ ਜਿਹੜੀ ਹੈਗੀ ਨਾ ਚਤੁਰਾਈ ਜਿਹੜੀ ਹੈਗੀ ਆ, ਆਪਣੀ ਸਿਆਣਪ ਜਿਹੜੀ ਹੈ ਛੱਡ ਦੇ, ਬਸ ਆਪਣੀ ਸਿਆਣਪ ਛੱਡ ਦੇ। ਦੇਖ ਮਾਲਕ ਜਿਹੜਾ ਸਾਰਾ ਕੁਝ ਕਰਨ ਵਾਲਾ ਹੈਗਾ, ਸਰਬ ਕਲਾ ਭਰਪੂਰ, ਸਾਰੀ ਕਲਾ ਭਰਪੂਰ ਆ ਮਾਲਕ, ਉਹਨੇ ਸਾਰਾ ਕੁਝ ਕਰਨ ਦੇ ਸਮਰੱਥ ਹੈਗਾ। ਜੇ ਤੂੰ ਜਿਹੜਾ ਹੈਗਾ ਨਹੀਂ ਹਟੇਗਾ ਤੇ ਤੈਨੂੰ ਪ੍ਰੋਬਲਮ ਆਏਗੀ, ਫਿਰ ਡਿਲੇ ਹੋਏਗਾ ਤੇਰਾ ਕੰਮ, ਮਿਹਨਤ ਜਿਹੜੀ ਜਾਇਆ ਜਾਏਗੀ। ਆਪਣਾ ਜਿਹੜਾ ਹੈਗਾ ਆਪਣੀ ਸਿਆਣਪ ਛੱਡ ਦੇ, ਤਜੋ ਸਿਆਣਪ ਸੁਰਜਨੋ, ਦੇਵਤਾ ਵਾਲੇ ਗੁਣ ਵਾਲਿਓ ਛੱਡ ਦੋ ਸਿਆਣਪ ਆਪਣੀ, ਕਿਉਂਕਿ ਮਾਲਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ, ਉਹਨੂੰ ਪਤਾ ਹੈ ਸਾਰਿਆਂ ਦੇ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ। ਕਿਉਂਕਿ ਦਾਤ ਮਿਲਣੀ ਹੈ, ਪੂਰਨ ਹੋਣਾ, ਤਦ ਹੀ ਜਦ ਆਪਾਂ ਆਪਣੀ ਸਿਆਣਪ ਛੱਡ ਦਾਂਗੇ ਭਾਈ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ, ਜਾਂ ਕੇ ਸਿਮਰਨੇ ਉਦਰੀਏ ਨਾਨਕ ਤਿਸ ਬਲਿਹਾਰ। ਕਹਿੰਦੇ ਉਹਦੇ ਸਿਮਰਨ ਦੇ ਨਾਲ ਹੀ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ ਭਾਈ, ਉਸ ਮਾਲਕ ਪਰਮਾਤਮਾ ਨੂੰ ਬਲਿਹਾਰ। ਅਸ਼ਟਪਦੀ ਟੂਟੀ ਗਾਂਢਣਹਾਰ ਗੋਪਾਲ, ਦੇਖ ਉਹਨੇ ਤਾਂ ਤੋੜੀ ਹੈ, ਉਹਨੇ ਤਾਂ ਭੇਜਿਆ ਹੈ ਆਪਾਂ ਨੂੰ, ਫਿਰ ਗੰਢਣਾ ਵੀ ਤਾਂ ਉਸੇ ਨੇ ਹੈਗਾ, ਹੋਰ ਕਿਹਨੇ ਗੰਢਣਾ ਹੈਗਾ, ਹੋਰ ਕਿਹਨੇ ਜੋੜਨਾ ਹੈ ਆਪਣੇ ਨਾਲ, ਕਿਹਨੇ ਮਿਲਾਉਣਾ ਹੈ। ਟੂਟੀ ਗਾਂਢਣਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਾਰਿਆਂ ਨੂੰ ਪਾਲਣ ਕਰ ਰਿਹਾ ਹੈ, ਸਾਰਿਆਂ ਦੀ ਦੇਖ ਰਿਹਾ ਹੈ ਮਾਲਕ ਪਰਮਾਤਮਾ, ਸਾਰਿਆਂ ਦੇ ਵਿੱਚ ਹੈਗਾ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤੂੰ ਕਾਹਦੇ ਵਾਸਤੇ ਚਿੰਤਾ ਕਰ ਰਿਹਾ ਭਾਈ, ਤੂੰ ਕਾਹਦੇ ਵਾਸਤੇ ਚੈਟਰਿੰਗ ਕਰ ਰਿਹਾ, ਤੂੰ ਕਾਹਲੀ ਸਿਆਣਪ ਦਿਖਾ ਰਿਹਾ। ਸਗਲ ਕੀ ਚਿੰਤਾ ਤੇਰੀ ਥੋੜੀ ਨਾ ਇਕੱਲੇ ਦੀ, ਸਾਰੀ ਸ੍ਰਿਸ਼ਟੀ ਦੀ ਚਿੰਤਾ ਹੈ ਮਾਲਕ ਨੂੰ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹੈ, ਉਸ ਤੋਂ ਕਦੀ ਕੋਈ ਬਿਰਥਾ ਗਿਆ ਹੈ? ਕੋਈ ਜਿਹੜਾ ਹੈ ਕਿਸੇ ਨੇ ਜਿਹੜਾ ਅੰਦਰੋਂ ਡਿਮਾਂਡ ਕੀਤੀ ਹੋਏ ਨਾ ਉਹਦੀ ਪੂਰੀ ਹੋਏ, ਤਿਸ ਤੇ ਬਿਰਥਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰ ਜਾਪ, ਇਸ ਕਰਕੇ ਮੇਰੇ ਮਨਾ ਉਹਦੇ ਪਰਣੇ ਹੋ ਕੇ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੇ ਧਿਆਨ ਸਿਮਰਨ ਦੇ ਵਿੱਚ ਜੁਟ ਜਾ। ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ। ਉਹ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ, ਉਹੀ ਹੈਗਾ ਸਾਰਿਆਂ ਦੇ ਵਿੱਚ, ਤੇਰੇ ਅੰਦਰ ਵੀ। ਅਬਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ। ਦੇਖ ਲਾ ਪਿਆਰਿਆ, ਫਿਰ ਬਾਰ-ਬਾਰ ਜਿਹੜੀ ਇਹ ਬਾਣੀ ਕਹਿ ਰਹੀ ਹੈ, ਤੇਰੇ ਕੀਤੇ ਨਾਲ ਕੁਛ ਨਹੀਂ ਹੋਣਾ, ਤੂੰ ਕਰਤਾ ਨਹੀਂ ਹੋਗਾ ਹੈਗਾ, ਤੂੰ ਕਿਰਤ ਹੈਗਾ ਆ। ਬਸ ਜਿਵੇਂ ਜਿਹੜਾ ਹੈਗਾ ਗਿਆਨ ਕਹਿ ਰਿਹਾ ਹੈ, ਉਵੇਂ ਦਾ ਬਿਲਕੁਲ ਉਵੇਂ ਦੇ ਉਵੇਂ ਹਥਿਆਰ ਆਪਣੇ ਛੱਡ ਦੇ, ਚੱਪੂ ਆਪਣੇ ਕਿਸ਼ਤੀ ਦੇ ਵਿੱਚ ਪਾ ਲਾ। ਆਪਨ ਕੀਆ ਕਛੂ ਨਾ ਹੋਏ, ਜੇ 100 ਪ੍ਰਾਣੀ ਲੋਚੈ ਕੋਏ। ਦੇਖ ਲਓ ਭਾਈ, ਜਿੰਨਾ ਮਰਜੀ 100 ਕੋਸ਼ਿਸ਼ ਕਰ ਲੈ, ਆਪਨ ਕੀਆ ਕਛੂ ਨਾ ਹੋਏ, ਨਹੀਂ ਹੋਏਗਾ ਭਾਈ। ਮਾਲਕ ਤੇ ਪਰਣੇ ਹੋ ਕੇ ਗੱਲ ਕਰ। ਆਪਨ ਕੀਆ ਕਛੂ ਨਾ ਹੋਏ, ਜੇ 100 ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ। ਉਸ ਮਾਲਕ ਪਰਮਾਤਮਾ ਦੀ ਭਗਤੀ ਤੋਂ ਇਲਾਵਾ ਤੈਨੂੰ ਦੁਨੀਆ ਦੇ ਵਿੱਚ ਕੋਈ ਵੀ ਕੰਮ ਨਹੀਂ ਹੈਗਾ। ਬਸ ਜਿੰਨਾ ਕੁ ਸਸਟੇਨ ਕਰਨਾ ਹੈ ਬਾਡੀ ਨੂੰ, ਜਿਹੜਾ ਹੈਗਾ ਪਰਿਵਾਰ ਜੋ ਵੀ ਜਿੰਨੀ ਕੁ ਨੀਡ ਹੈਗੀ ਉਨਾ ਕੁ ਲੈ, ਔਰ ਜਿਹੜਾ ਹੈਗਾ ਆਪਣੇ ਕੰਮ 'ਚ ਜੁਟ ਜਾ। ਉਸ ਮਾਲਕ ਤੋਂ ਬਗੈਰ ਤੇਰਾ ਕੋਈ ਕੰਮ ਨਹੀਂ ਹੈ। ਤੈਨੂੰ ਕੋਈ ਕੰਮ ਤੇਰੇ ਜਿਹੜੇ ਹੈਗੇ, ਕਿਸੇ ਕੰਮ ਨੇ ਜਿਹੜਾ ਹੈਗਾ ਤੇਰਾ ਗਾਹਾਂ ਤੈਨੂੰ ਫਰੂਟ ਤੈਨੂੰ ਨਹੀਂ ਮਿਲਣ ਵਾਲਾ। ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਗਤ ਨਾਨਕ ਜਪ ਏਕ ਹਰ ਨਾਮ, ਜਪੇਗਾ ਇੱਕ ਨਾਮ ਪਰਮੇਸ਼ਰ ਦਾ, ਉੱਚੀ ਅਵਸਥਾ ਪ੍ਰਾਪਤ ਹੋ ਜਾਏਗੀ, ਸੰਸਾਰ ਸਮੁੰਦਰ ਤੋਂ ਬਾਹਰ ਨਿਕਲ ਜਾਏਗਾ। ਨਹੀਂ ਤਾਂ ਪਾਏ ਐਵੇਂ ਦੇ ਹੀ ਗੇੜਾ ਚੱਲਦੇ ਰਹਿਣਾ। ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੇ, ਕਾਹਦਾ ਰੂਪ ਹੈਗਾ ਭਾਈ, ਕਿਹਨੇ ਦਿੱਤਾ ਆ? ਮਾਲਕ ਦੀ ਦਾਤ ਆ, ਮਾਲਕ ਨੇ ਦਿੱਤਾ ਆ। ਉਹਦੇ ਨਾਲ ਕਿਵੇਂ ਉਹਨੂੰ ਖੁਸ਼ ਕਰ ਲਏਗਾ ਭਾਈ? ਤੂੰ ਆਪਣੇ ਰੂਪ ਨਾਲ, ਸਰੀਰ ਨਾਲ, ਕਿਹੜੀ ਚੀਜ਼ ਨਾਲ ਖੁਸ਼ ਕਰ ਲਏਗਾ? ਦਿੱਤੀ ਤਾਂ ਸਾਰੀ ਉਸ ਦੀ ਹੈਗੀ, ਮਾਲਕ ਪਰਮਾਤਮਾ ਦੀ। ਕਿਹਦੀ ਕਾਹਦੀ ਸ਼ਕਤੀ ਹੈ ਤੇਰੇ, ਕੀ ਧਨ ਹੈਗਾ ਤੇਰਾ? ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋਏ। ਸਾਰਿਆਂ ਦੇ ਅੰਦਰ ਤਾਂ ਜੋਤ ਇੱਕ ਹੈਗੀ ਆ, ਉਹਦੇ 'ਚ ਤਾਂ ਕੋਈ ਡਿਫਰੈਂਸ ਹੀ ਨਹੀਂ ਹੈ ਜੋਤ ਦੇ ਵਿੱਚ। ਸਾਰਿਆਂ ਦੇ ਵਿੱਚ ਉਹੀ ਜੋਤ ਹੈ ਜੋ ਤੇਰੇ ਅੰਦਰ ਹੈ ਪਿਆਰਿਆ। ਬਾਕੀ ਤਾਂ ਪੰਜਾਂ ਤੱਤਾਂ ਦੀ ਰਚਨਾ ਹੈਗੀ, ਇਹ ਜਿਹੜਾ ਹੈਗਾ ਬਾਕੀ ਟਰੈਪ ਹੈਗੀ, ਬਾਕੀ ਧੋਖਾ ਹੈਗਾ।
रूपवंत होए नाहि मोह है, प्रभ की जोत सगल कट सो है। तनवंता होए क्या को गर्व है, तन की है, तन किहदा दिता होया, धनवान हो के की आकड़ दिखा रहा है कोई, ਜਾਂ ਸਭ ਕਿਸ ਤਿਸਕਾ ਦਿਆ ਦਰਬ ਹੈ। ਇਹ ਸਾਰੀ ਦੌਲਤ ਦਿੱਤੀ ਹੋਈ ਉਸੇ ਮਾਲਕ ਨੇ ਦਿੱਤੀ ਹੈ, ਉਹ ਕਾਹਦੀ ਆਕੜ ਦਿਖਾ ਰਿਹਾ ਤੂੰ ਉਹਦੇ ਜੀਵਾਂ ਨੂੰ? ਉਹਨਾਂ ਦੇ ਵਿੱਚ ਤਾਂ ਉਹ ਮਾਲਕ ਪਰਮਾਤਮਾ ਹੀ ਆ, ਉਹਨੇ ਜਿਹਨੇ ਦਿੱਤੀ ਆ ਉਹਨੂੰ ਹੀ ਆਕੜ ਦਿਖਾ ਰਿਹਾ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਛ ਤਿਸਕਾ ਦਿਆ ਦਰਬ ਹੈ। ਅਤ ਸੂਰਾ ਜੇ ਕੋ ਕਹਾਵੈ, ਦੇਖ ਲਓ ਸੂਰਵੀਰ ਕਹਾ ਰਿਹਾ, ਦੂਸਰਿਆਂ ਦੇ ਉੱਤੇ ਰੋਪ ਪਾ ਰਿਹਾ ਹੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਆਵੈ। ਉਹ ਮਾਲਕ ਪਰਮਾਤਮਾ ਦੀ ਤਾਕਤ ਅੰਦਰ ਜਿਹੜੀ ਚੱਲ ਰਹੀ ਹੈ ਤੇਰੇ ਅੰਦਰ ਮੂਵਮੈਂਟ, ਤੂੰ ਤਾਂ ਕਠਪੁਤਲੀ ਹੈਗਾ ਪੰਜਾਂ ਤੱਤਾਂ ਦਾ ਜਿਹੜਾ ਹੈਗਾ, ਕਿੱਥੇ ਜਾ ਸਕਦਾ ਹੈ ਭਾਈ ਮਾਲਕ ਪਰਮਾਤਮਾ ਦੀ ਕਲਾ ਤੋਂ ਬਗੈਰ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਆਵੈ। ਜੇ ਕੋ ਹੋਏ ਬਹਿ ਦਾਤਾਰ, ਦਾਤਾਂ ਮਿਲ ਗਈਆਂ, ਦਾਤਾਰ ਬਣ ਰਿਹਾ ਹੈ। ਤਿਸ ਦਿਨ ਹਾਰ ਜਾਣੇ ਗਵਾਰ, ਦੇਖ ਲਓ ਭਾਈ ਮਾਲਕ ਪਰਮਾਤਮਾ ਕਹਿੰਦਾ ਉਹ ਤਾਂ ਗਵਾਰ ਜਾਣਦਾ ਹੈ ਭਾਈ ਉਹਨੂੰ। ਜੇ ਕੋ ਹੋਏ ਬੈ ਦਾਤਾਰ, ਤਿਸ ਦਿਨ ਹਾਰ ਜਾਣੇ ਗਵਾਰ। ਉਹਨੇ ਹੋਰ ਕੀ ਜਾਣਨਾ ਹੈ ਭਾਈ? ਮਾਲਕ ਦੇ ਮਾਲ ਦੇ ਉੱਤੇ ਜਿਹੜਾ ਹੈਗਾ ਆਪਣੀ ਛਾਪ ਲਾ ਰਿਹਾ ਹੈ। ਜਿਸ ਗੁਰ ਪ੍ਰਸਾਦ ਟੂਟੇ ਹੋਂ ਰੋਗ, ਜਿਹਦਾ ਹੋਂ ਰੋਗ ਟੁੱਟ ਗਿਆ ਭਾਈ, ਆਹੀ ਹੈਗਾ ਭਾਈ। ਦੇਖੋ ਉੱਪਰ ਸਾਰਾ ਹਉਮੈ ਦੱਸੀ ਹੈ ਮਹਾਰਾਜ ਨੇ, ਕਿਵੇਂ ਹਉਮੈ ਪ੍ਰਗਟ ਹੁੰਦੀ ਹੈ ਦੇਖ ਲਓ। ਇੱਕ ਵਾਰੀ ਫਿਰ ਦੇਖ ਲਈਏ ਆਪਾਂ। ਰੂਪਵੰਤ ਹੋਏ ਰੂਪ ਦੀ ਹਉਮੈ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਕਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਧਨ ਦੀ ਹਉਮੈ, ਜਾਂ ਸਭ ਕਿਛ ਤਿਸਕਾ ਦਿਆ ਦਰਬ ਹੈ। ਅਤ ਸੂਰਜ ਕੋ ਕਹਾਵੈ, ਤਾਕਤ ਸੂਰਵੀਰ। ਅਤ ਸੂਰਜ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ। ਪਰਮਾਤਮਾ ਦੀ ਕਲਾ ਤੋਂ ਬਗੈਰ ਕੀ ਮੂਵਮੈਂਟ ਕਰ ਸਕਦਾ ਹੈ ਤੂੰ? ਕਾਹਦਾ ਤੇਰਾ ਜਿਹੜਾ ਹੈਗਾ ਤਾਕਤ ਦਾ ਜਿਹੜਾ ਹੰਕਾਰ? ਜੇ ਕੋ ਹੋਏ ਬਹਿ ਦਾਤਾਰ, ਲੈ ਹੋਰ ਕੋਈ ਵੀ ਚੀਜ਼ ਦਾਤ ਜਿਹੜੀ ਤੂੰ ਕਹਿੰਦਾ ਹੈ ਵੀ ਮੇਰੀ ਇਹ ਦਾਤਾ ਬਣ ਕੇ ਬੈਠਾ ਹੈ। ਤਿਸ ਦਿਨ ਹਾਰ ਜਾਣੇ ਗਵਾਰ, ਦੇਣ ਵਾਲਾ ਤਾਂ ਉਹਨੂੰ ਗਵਾਰ ਸਮਝਦਾ ਹੈ। ਜਿਸ ਗੁਰ ਪ੍ਰਸਾਦ ਟੂਟੇ ਹੋਂ ਰੋਗ, ਬਸ ਆਹੀ ਜਿੱਥੇ ਆ। ਜੇ ਹੁਣ ਅੰਦਰ ਘਰ ਕਰ ਜਾਣ ਇਹ ਬਚਨ ਜਿਹੜੇ ਹੈਗੇ ਮਹਾਰਾਜ ਪੰਜਵੀਂ ਪਾਤਸ਼ਾਹੀ ਦੇ, ਗੱਲ ਬਣ ਜਾਏ ਭਾਈ। ਜਿਸ ਗੁਰ ਪ੍ਰਸਾਦ, ਆ ਗੁਰੂ ਦਾ ਪ੍ਰਸਾਦ ਆ, ਲੈ ਲਈਏ ਤੇ ਵਧੀਆ, ਨਹੀਂ ਲਵਾਂਗੇ ਤੇ ਬਸ ਉਵੇਂ ਦੀ ਚੱਲੇਗੀ ਗੱਡੀ। ਜਿਸ ਗੁਰ ਪ੍ਰਸਾਦ ਟੂਟੇ ਹੋਂ ਰੋਗ, ਨਾਨਕ ਸੋਜਨ ਸਦਾ ਆਰੋਗ। ਬਸ ਆਹੀ ਰੋਗ ਹੈਗੇ ਭਾਈ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਵਸ ਲੀਨਾ। जिस गुर प्रसाद टूटे हों रोग, नानक सोजन सदा आरोग। जो मंदिर को थामे थमन, जिवें मंदिर घर नूं जिहड़ा हैगा थमली जिहड़ी हैगी आ ਉਹਦੇ ਨਾਲ ਘਰ ਥੰਮਿਆ ਜਾਂਦਾ ਹੈ ਭਾਈ, ਪੂਰਾ ਵਜਨ ਉਸ 'ਤੇ ਹੁੰਦਾ ਹੈ। ਤਿਉਂ ਗੁਰ ਕਾ ਸ਼ਬਦ ਮਨੈ ਅਸਥਮਨ, ਉਸੇ ਤਰੀਕੇ ਦੇ ਨਾਲ ਜੇ ਮਨ ਨੂੰ ਖੜਾ ਕਰਨਾ ਹੈ ਪਿਆਰਿਆ, ਸ਼ਬਦ ਨੂੰ ਪ੍ਰਗਟ ਕਰ, ਨਾਮ ਅਭਿਆਸ ਕਰ। ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ, ਕਹਿੰਦੇ ਜੀ ਮਨ ਨਹੀਂ ਖੜਾ ਹੁੰਦਾ ਭਾਈ, ਸ਼ਬਦ ਦੇ ਨਾਲ ਤਾਂ ਅਟੈਚ ਹੀ ਨਹੀਂ ਹੈ। ਸ਼ਬਦ ਗੁਰੂ ਤਾਂ ਕੀਤਾ ਹੀ ਨਹੀਂ ਹੈ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਜਿਉਂ ਮੰਦਰ ਕੋ ਥਾਮੈ ਥਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ। ਜਿਉਂ ਪਾਖਾਣ ਨਾਵ ਚੜ੍ਹ ਤਰੈ, ਪੱਥਰ ਦੇਖ ਲਓ ਕਿੰਨਾ ਪੱਥਰ ਹੈਗਾ ਭਾਈ ਭਾਰੀ, ਔਰ ਨਾਵ ਦੇ ਵਿੱਚ ਲੋਹਾ ਪੱਥਰ ਜਿਹੜਾ ਹੈਗਾ ਨਾਵ 'ਤੇ ਚੜ੍ਹ ਕੇ ਜਿੱਥੇ ਮਰਜ਼ੀ ਲੈ ਜਾਓ। ਉਸੇ ਤਰੀਕੇ ਦੇ ਨਾਲ ਭਾਈ ਆਪਾਂ ਵੀ ਜਿਹੜੇ ਹੈਗੇ ਪੱਥਰ ਹੈਗੇ, ਜੇ ਗੁਰੂ ਦੇ ਨਾਲ ਲੱਗ ਜਾਵਾਂਗੇ ਭਾਈ, ਸ਼ਬਦ ਦੇ ਨਾਲ ਜੁੜ ਜਾਵਾਂਗੇ ਤੇ ਆਪਾਂ ਵੀ ਪਾਰ ਹੋ ਜਾਵਾਂਗੇ। ਪ੍ਰਾਣੀ ਗੁਰ ਚਰਨ ਲਗਤ ਨਿਸਥਰੇ, ਆਹੀ ਗੁਰੂ ਦੇ ਚਰਨ ਆ ਭਾਈ। ਜਦ ਤੱਕ ਪ੍ਰਾਣ ਸ਼ਕਤੀ ਹੈਗੀ ਆ ਤਦ ਤੱਕ ਚਾਂਸ ਹੈਗਾ ਤਰਨ ਦਾ। ਜਿਉਂ ਅੰਧਕਾਰ ਦੀਪਕ ਪ੍ਰਕਾਸ਼, ਜਿਵੇਂ ਹਨੇਰੇ ਦੇ ਵਿੱਚ ਦੀਵਾ ਪ੍ਰਕਾਸ਼ਿਤ ਕਰ ਦਿੰਦਾ, ਉਜਾਲਾ ਦੇ ਦਿੰਦਾ ਹੈ। ਗੁਰ ਦਰਸ਼ਨ ਦੇਖ ਮਨੇ ਹੋਏ ਵਿਕਾਸ, ਗੁਰੂ ਦਾ ਦਰਸ਼ਨ ਕਰਕੇ ਪਾਏ। ਗੁਰੂ ਗਿਆਨ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਮਨ ਦੇ ਵਿੱਚ ਵਿਕਾਸ ਹੋ ਜਾਣਾ ਹੈ, ਮਨ ਦੇ ਅੰਦਰ ਉਜਾਲਾ ਹੋ ਜਾਣਾ ਹੈ। ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ, ਜਿਵੇਂ ਕੋਈ ਬਹੁਤ ਭਿਆਨਕ ਜੰਗਲ ਆ, ਉੱਥੇ ਕਿਸੇ ਨੂੰ ਰਸਤਾ ਲੱਭ ਜਾਂਦਾ ਹੈ, ਤਿਉਂ ਸਾਧੂ ਸੰਗ ਮਿਲ
ਜੋਤ ਪ੍ਰਗਟਾਵੇ। ਇਸੇ ਤਰੀਕੇ ਦੇ ਨਾਲ ਗੁਰੂ ਦੇ ਨਾਲ ਮਿਲ ਕੇ, ਬ੍ਰਹਮ ਗਿਆਨ ਦੇ ਨਾਲ ਮਿਲ ਕੇ ਅੰਦਰ ਜਿਹੜੀ ਆਤਮਾ ਨੂੰ ਆਪਣੀ ਨੂੰ ਸੁਰਤ ਆਤਮਾ ਦੇ ਵਿੱਚ ਲੀਨ ਕਰ ਲੈ, ਅੰਦਰ ਜੋਤ ਪ੍ਰਗਟ ਕਰ ਲੈ, ਬ੍ਰਹਮ ਅਗਨੀ ਪੈਦਾ ਕਰ ਲੈ। ਤਿੰਨ ਸੰਤਨ ਕੀ ਬਾਂਛੋਂ ਧੂਰ, ਕਹਿੰਦੇ ਐਸੇ ਸੰਤ ਜਿਹੜੇ ਹੈਗੇ ਜਿਹੜਾ ਇਹ ਕਾਰਵਾਈ ਕਰਦੇ ਆ, ਕਹਿੰਦੇ ਮੈਂ ਤਾਂ ਉਹਨਾਂ ਦੀ ਚਰਨ ਧੂੜ ਬਾਂਛਾਂ ਨਾ, ਮੈਂ ਤਾਂ ਉਹਨਾਂ ਦੀ ਸੰਗਤ ਦੇ ਵਿੱਚ ਰਵਾਂ। ਨਾਨਕ ਕੀ ਹਰ ਲੋਚਾਂ ਪੂਰ, ਹੇ ਮੇਰੇ ਮਾਲਕਾ ਮੇਰੀ ਜਿਹੜੀ ਇੱਛਾ ਪੂਰੀ ਕਰ, ਮੈਨੂੰ ਐਸੇ ਸੰਗਤਾਂ ਦੀ, ਐਸੇ ਅਭਿਆਸੀਆਂ ਦੀ ਸੰਗਤ ਦੇ। ਮਨ ਮੂਰਖ ਕਾਹੇ ਬਿਲ ਲਾਈਏ, ਦੇਖ ਲਓ ਹੁਣ ਕਹਿੰਦੇ ਕਿਉਂ ਜਿਹੜਾ ਹੈਗਾ ਬਿਲਕਦਾ ਹੈ, ਕਿਉਂ ਆਹ ਚਾਹੀਦਾ ਉਹ ਚਾਹੀਦਾ, ਕਿਉਂ ਜਿਹੜਾ ਹੈਗਾ ਬਿਲਕ ਜਾ ਰਹੇ ਆ, ਬਿਲਕ ਰਹੇ ਆ ਪਿਆਰਿਆ। ਮਨ ਮੂਰਖ ਕਾਹੇ ਬਿਲ ਲਾਈਏ, पूर्व लिखे का लिखिया पाइए, जो तू कमाई की है वो तेनू मिलनी, वो तो तेनू मिलनी है। जे होर चाहिदा है नाम वाले रस्ते ते जाना चाहता है तो लग जाए इस पासे, कमाई कर। मन मूर्ख काहे बिल लाइए, पूर्व लिखे का लिखिया पाइए। दुख सुख प्रभ देवनहार, जो कुछ मिलना है तेरे को मालक ने देना है और तेरा बटुआ खुलना है प्यारिया। दुख सुख प्रभ देवनहार, अवर त्याग तू तिसे चितार, छड़ दे सारा और मालक परमात्मा ਨੂੰ ਚੇਤੇ ਕਰਨਾ ਸ਼ੁਰੂ ਕਰ ਦੇ। ਜੋ ਕਿਛ ਕਰੇ ਸੋਈ ਸੁਖ ਮਾਨ, ਜੋ ਮਾਲਕ ਕਰ ਰਿਹਾ ਹੈ ਪਿਆਰਿਆ ਉਹਦੇ ਵਿੱਚ ਹੀ ਸੁਖ ਮੰਨ ਲਾ। ਬਸ ਹੋਣਾ ਉਸੇ ਮਾਲਕ ਦੀ ਮਰਜ਼ੀ ਦੇ ਨਾਲ ਆ, ਔਰ ਜੋ ਕਰ ਰਿਹਾ ਹੈ ਤੇਰੇ ਵਾਸਤੇ, ਸਾਰਿਆਂ ਦੇ ਵਾਸਤੇ ਉਹ ਭਲਾ ਹੀ ਹੈਗੀ। ਜੋ ਕਿਛ ਕਰੇ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ, ਹੇ ਇਆਣਿਆ ਕਿਉਂ ਤੂੰ ਭੁੱਲਾ ਫਿਰਦਾ ਆ, ਕਿਉਂ ਤੂੰ ਭੁੱਲਾ ਫਿਰਦਾ ਹੈ, ਕਿਉਂ ਤੂੰ ਜਿਹੜਾ ਹੈਗਾ ਨਹੀਂ ਟਿਕ ਰਿਹਾ। ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰਾ ਸੰਗ, ਦੱਸ ਕੀ ਲੈ ਕੇ ਆਇਆ ਸੀ ਨਾਲ, ਕਿਹੜੀ ਚੀਜ਼ ਆਈ ਸੀ ਤੇਰੇ ਨਾਲ। ਜਿਹੜਾ ਸਰੀਰ ਆਇਆ ਇਹ ਵੀ ਨਹੀਂ ਜਾਏਗਾ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ, ਕਿੰਨਾ ਜਿਹੜਾ ਹੈਗਾ ਕਿੰਨਾ ਲੋਭ ਕਰਦਾ ਹੈ। ਦੇਖ ਉਹ ਪਤੰਗੇ ਵਾਂਗੂ ਜਿਹੜਾ ਹੈਗਾ, ਜਿਹੜਾ ਦੀਪਕ ਦੇ ਅੱਗੇ ਜਿਹੜਾ ਹੈਗਾ ਖੰਭ ਖਵਾ ਦਿੰਦਾ ਹੈ ਆਪਣੇ, ਉਵੇਂ ਦਾ ਲੋਭ ਕਰ ਰਿਹਾ ਤੂੰ। ਔਰ ਕਿੰਨੀ ਵਾਰੀ ਖੰਭ ਖਵਾ ਚੁੱਕਾ ਹੈ, ਤੇ ਕਿੰਨੀ ਵਾਰੀ ਜਿਹੜਾ ਜਨਮ ਲਿਆ ਹੈ ਮਨੁੱਖੀ ਸਰੀਰ ਪਾ ਕੇ ਔਰ ਇਹਨੂੰ ਗਵਾਇਆ ਹੈ ਤੂੰ, ਇਹ ਪਤੰਗੇ ਵਾਂਗੂ ਲੋਭ ਕਰ ਕਰਕੇ। ਕੌਣ ਬਸਤ ਆਈ ਤੇਰੇ ਸੰਗ, ਦੇਖ ਲਓ ਆਪਾਂ ਭੁੱਲਾ ਕਾਹੇ ਫਿਰੇ ਅਜਾਨ, ਭੁੱਲੇ ਫਿਰ ਰਹੇ ਹਾਂ, ਗਿਆਨ ਨਹੀਂ ਹੈਗਾ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ, ਇਹਨਾਂ ਰਸਾਂ ਦੇ ਨਾਲ ਪਤੰਗੇ ਵਾਂਗੂ ਲੋਭ ਕਰ ਰਹੇ ਹੈ। ਲਪਟੇ ਰਹੋ ਰਸੇ ਲੋਭੀ ਪਤੰਗ, ਇਹ ਚੋਗੇ ਦੇ ਨਾਲ ਲਿਪਟਿਆ ਹੋਏ ਹੈ। ਰਾਮ ਨਾਮ ਜਪ ਹਿਰਦੇ ਮਾਹੇ, ਹਿਰਦੇ ਦੇ ਅੰਦਰ ਆਪਣੇ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਲਿਆ। ਨਾਨਕ ਪਤ ਸੇਤੀ ਕਰ ਜਾਹੇ, ਪਤ ਦੇ ਨਾਲ ਜਿਹੜਾ ਹੈਗਾ ਆਪਣੇ ਅਸਲੀ ਘਰ ਦੇ ਵਿੱਚ ਜਿਹੜਾ ਹੈਗਾ ਚਲੇ ਜਾਏਗਾ, ਮਾਲਕ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਏਗਾ। ਜਿਸ ਵਖਰ ਕੋ ਲੈਣ ਤੂੰ ਆਇਆ, ਆਹ ਦੇਖੋ ਆਪਾਂ ਕਾਹਦੇ ਵਾਸਤੇ ਆਏ ਹਾਂ, ਕਿਉਂ ਮਾਲਕ ਨੇ ਦੁਨੀਆ 'ਚ ਭੇਜਿਆ ਹੈ ਭਾਈ। ਇਹ ਸੌਦਾ ਕਰਨ ਵਾਸਤੇ ਸਵਾਸ ਦਿੱਤੇ ਆ, ਇਹਨਾਂ ਦੇ ਨਾਲ ਵਿਹਾਜਣਾ ਸਰੀਰ ਦਿੱਤਾ ਹੋਇਆ ਆਪਾਂ ਨੂੰ, ਮਾਲਕ ਨੇ ਘੋੜਾ ਦਿੱਤਾ ਹੋਇਆ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰੇ ਪਾਇਆ। ਇਹ ਰਾਮ ਦਾ ਨਾਮ ਲੈਣ ਵਾਲੇ ਆਇਆ, ਰਾਮ ਦਾ ਨਾਮ ਤੇਰੇ ਅੰਦਰ ਹੀ ਹੈਗਾ ਭਾਈ। ਸੰਤਾਂ ਦੇ ਘਰ ਦੇ ਵਿੱਚ ਸੰਤਾਂ ਦੀ ਸੰਗਤ ਕਰੇਗਾ, ਸਾਧੂਆਂ ਦੀ ਸੰਗਤ ਕਰੇਗਾ, ਬ੍ਰਹਮ ਗਿਆਨੀਆਂ ਦੀ ਸੰਗਤ ਕਰੇਗਾ, ਗੁਰੂਆਂ ਦੀ ਸੰਗਤ ਕਰੇਗਾ ਤੇ ਮਿਲ ਜਾਏਗਾ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰੇ ਪਾਇਆ। ਤਾਜਾ ਅਭਿਮਾਨ ਲਿਓ ਮਨ ਮੋਲ, ਛੱਡ ਦੇ ਆਪਣੀ ਆਕੜ ਪਿਆਰਿਆ, ਛੱਡ ਦੇ ਆਪਣਾ ਅਭਿਮਾਨ। ਮਨ ਦੇ ਦੇ ਆਪਣਾ, ਮਨ ਦੇ ਦੇ, ਖਾਲੀ ਕਰ ਮਨ ਨੂੰ। ਤਾਜਾ ਅਭਿਮਾਨ ਲਿਓ ਮਨ ਮੋਲ, ਮਨ ਦੇ ਕੇ ਮਿਲਣਾ ਹੈ ਭਾਈ। ਰਾਮ ਨਾਮ ਹਿਰਦੇ ਮੈਂ ਤੋਲ, ਬਸ ਆਹ ਕੰਮ ਕਰ, ਰਾਮ ਦੇ ਨਾਮ ਨੂੰ ਤੋਲ ਜਮਾ ਕਰ। ਤੇ ਇਹ ਧਨ, ਨਾਮ ਦਾ ਧਨ, ਮਾਏ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਤਾਜਾ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤਾਂ ਸੰਗ ਚਾਲ, ਸੰਤਾਂ ਦੇ ਨਾਲ ਚੱਲ ਪਿਆਰਿਆ, ਖੇਪ ਦੀ ਖੇਪ ਲੱਦ ਲਾ ਇਸ ਨਾਮ ਦੇ ਧਨ ਦੀ। ਲਾਦ ਖੇਪ ਸੰਤਾਂ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਬਾਕੀ ਜਿਹੜਾ ਵਿਖਿਆ ਦੇ ਜਿਹੜੇ ਹੈਗੇ ਤਿਆਗ ਦੇ,
नहीं तो ऑटोमेटिकली वो तो त्याग के जाने। अवर त्याग तू आप ही तेरा आप ही शरीर त्यागया जाना है। अवर त्याग विख्या जंजाल, धन धन कहे सब कोए। सारे ਜਿਹੜੇ ਜੇ ਕਾਰਵਾਈ ਜੇ ਇਸ ਤਰ੍ਹਾਂ ਜਿਹੜਾ ਹੈਗਾ ਸੰਤਾਂ ਦੇ ਨਾਲ ਚੱਲੇਗਾ, ਰਾਮ ਦੇ ਨਾਮ ਨੂੰ ਤੋਲੇਗਾ, ਨਾਮ ਧਨ ਇਕੱਠਾ ਕਰੇਗਾ ਤੇ ਭਾਈ ਸਾਰੇ ਤੈਨੂੰ ਧੰਨ ਧੰਨ ਕਹਿਣਗੇ। ਲੋਕ ਪਰਲੋਕ ਦੇ ਵਿੱਚ ਧੰਨਤਾ ਹੋ ਜਾਏਗੀ ਤੇਰੀ। ਧੰਨ ਧੰਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। परमात्मा की दरगाह ते मुख उज्जल हो जाएगा प्यारे, वेलकम हो जाएगी। सृष्टि जिहड़ी हैगी जय जयकार करन लग पेगी। ਇਹੋ ਅਪਾਰ ਵਿਰਲਾ ਵਪਾਰ ਹੈ। ਕੋਈ ਟਾਵਾਂ ਜਿਹੜਾ ਹੈਗਾ ਵਪਾਰ, ਵਿਰਲਾ ਜਿਹੜਾ ਹੈਗਾ ਆਹ ਵਪਾਰ ਆਹ ਖੱਟੀ ਕਰਦਾ ਹੈ, ਆਹ ਬਿਜ਼ਨਸ ਕਰਦਾ ਹੈ। ਨਾਨਕ ਤਾਂ ਕਿ ਸਦ ਬਲਿਹਾਰ ਹੈ। ਦੇਖ ਲਓ ਭਾਈ, ਪੰਜਵੀਂ ਪਾਤਸ਼ਾਹੀ ਕਹਿੰਦੀ ਹੈ ਉਸ ਤੋਂ ਮੈਂ ਹਮੇਸ਼ਾ ਹੀ ਬਲਿਹਾਰ ਜਾਣਾ ਹੈ, ਹਮੇਸ਼ਾ ਹੀ ਬਲਿਹਾਰ ਜਾਣਾ। ਕਿੰਨਾ ਕ੍ਰਿਸਟਲ ਕਲੀਅਰ ਹੈਗਾ ਆਪਾਂ ਕਾਹਦੇ ਵਾਸਤੇ ਦੁਨੀਆ ਦੇ ਵਿੱਚ ਆਏ ਆ ਭਾਈ, ਕੀ ਕੰਮ ਕਰਨਾ ਹੈ ਆਪਾਂ ਨੇ। ਚਰਨ ਸਾਧ ਕੇ ਧੋਏ ਧੋ ਪੀਓ। ਦੇਖ ਲਾ ਪਿਆਰਿਆ, ਸਾਧ ਸੰਗਤ ਸਾਧੂਆਂ ਦੇ, ਗੁਰੂ ਦੇ, ਬ੍ਰਹਮ ਗਿਆਨੀਆਂ ਦੇ ਚਰਨ ਧੋ ਧੋ ਕੇ ਪੀ। ਕੀ ਮਤਲਬ ਆ? ਉਹਨਾਂ ਦੀ ਸੰਗਤ ਕਰ ਪਿਆਰਿਆ, ਉਹਨਾਂ ਦੀ ਸੰਗਤ ਕਰ, ਉਹਨਾਂ ਤੋਂ ਗਿਆਨ ਲੈ। ਚਰਨ ਸਾਧ ਕੇ ਧੋਏ ਧੋ ਪੀਓ, ਅਰਪ ਸਾਧ ਕੋ ਆਪਣਾ ਜੀਓ। ਦੇ ਦੇ ਆਪਣਾ ਸਾਰਾ ਕੁਛ, ਉਹਨਾਂ ਨੂੰ ਅਰਪਣ ਕਰ ਦੇ, ਮਤ ਛਪਾ ਕੁਛ ਵੀ। ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂੜ ਕਰੋ ਇਸ਼ਨਾਨ। ਸਾਧ ਦੀ ਧੂੜ ਦੇ ਵਿੱਚ, ਗੁਰੂ ਦੀ ਧੂੜ, ਬ੍ਰਹਮ ਗਿਆਨ ਦੀ ਧੂੜ ਦੇ ਵਿੱਚ ਇਸ਼ਨਾਨ ਕਰ। ਤੇਰੀ ਸਾਰੀ ਮੈਲ ਨਿਕਲ ਜਾਏਗੀ ਭਾਈ, ਸਾਰੀ ਮੈਲ ਨਿਕਲ ਜਾਏਗੀ। ਸਾਧ ਉੱਪਰ। ਹਾਂਜੀ ਅੰਕਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਕਲ, ਗੁਰਬਾਣੀ ਤੇ ਕਹਿੰਦੀ ਆ ਵੀ ਸਿੱਖਾਂ ਨੂੰ ਸਭ ਕੁਝ ਦੇ ਦੇ, ਸਾਧ ਸਿੱਖਾਂ ਨੂੰ, ਜਾਂ ਜਿਵੇਂ ਤੁਸੀਂ ਵਿਆਖਿਆ ਕਰੀ ਆ। ਪਰ ਉਹਦੇ ਵਿੱਚ ਇਹ ਹੋ ਜਾਂਦਾ ਵਾ ਵੀ ਅੰਕਲ ਉਹਦੇ ਵਿੱਚ ਕੇਅਰਫੁਲ ਰਹਿਣਾ ਪੈਣਾ। ਅੰਕਲ ਉਹਦੇ ਵਿੱਚ ਮਿਲਾਵਟ ਬਹੁਤ ਹੋ ਗਈ ਆ। ਤੇ ਮੇਰੇ ਵਰਗਾ ਬੰਦਾ ਜਿਹੜਾ ਹੁੰਦਾ ਵਾ ਨਾ, ਉਹ ਭੁਲੇਖਾ ਖਾ ਜਾਂਦਾ ਵਾ ਕਿ ਯਾਰੀ ਦਾੜਾ ਵੇਖ ਕੇ। ਤੇ ਆਪਾਂ ਨੂੰ ਨਾ ਜਿਹੜੀ ਆ ਡੈਫੀਨੇਸ਼ਨ ਗੁਰੂ ਦਾ ਸਿੱਖ ਕੌਣ ਆ, ਇਹ ਵੀ ਆਪਾਂ ਨੂੰ ਡਿਫਾਈਨ ਕਰ ਲੈਣੀ ਚਾਹੀਦੀ ਆ ਚੰਗੀ ਤਰ੍ਹਾਂ। ਕਿਸੇ ਦਿਨ ਨੂੰ ਤੁਸੀਂ ਆਪਣਾ ਕਿਰਪਾ ਕਰਿਓ। ਵੀਰ ਜੀ ਗੱਲ ਸੁਣੋ, ਇੱਕ ਨਾ ਦੇਖੋ, ਚੌਥੀ ਪਾਤਸ਼ਾਹੀ ਨੇ ਡੈਫੀਨੇਸ਼ਨ ਦਿੱਤੀ ਹੈ ਸਿੱਖ ਦੀ, ਤਾਂ ਬਹੁਤ ਕਲੀਅਰ ਦਿੱਤੀ ਹੈ। ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਬਸ ਇਹ ਪਹਿਲਾਂ ਹੀ ਡੈਫੀਨੇਸ਼ਨ, ਸਿੱਖ ਦੀ ਡੈਫੀਨੇਸ਼ਨ ਤਾਂ ਉਹ ਅਖਾਏ ਦੀ ਗੱਲ ਕਰ ਰਹੇ ਆ, ਜਿਹੜਾ ਹਾਲੇ ਹੈ ਨਹੀਂ ਆ। ਜੇ ਆਪਣੇ ਆਪ ਨੂੰ ਕਹਿੰਦਾ ਮੈਂ ਸਿੱਖ ਹੈਗਾ, ਤੇ ਭਾਈ ਉਹ ਸਵੇਰੇ ਉੱਠ ਕੇ ਨਾਮ ਧਿਆਨ ਦੀ ਸਟੇਜ 'ਚ ਜਾਂਦਾ ਹੋਣਾ ਚਾਹੀਦਾ, ਤਾਂ ਉਹ ਸਿੱਖ ਹੋ ਸਕਦਾ। ਨਹੀਂ ਤਾਂ ਬਾਣੀ ਉਹਨੂੰ ਸਿੱਖ ਨਹੀਂ ਮੰਨਦੀ। ਤੇ ਦੂਸਰੀ ਗੱਲ, ਪਰ ਆਪਾਂ ਅੰਕਲ ਗੱਲ ਆਪਣੇ ਜਿਹੜਾ ਆਪਣਾ ਨਾ ਇਹਨੂੰ ਕਲਚਰਲੀ ਜ਼ਿਆਦਾ ਏਦਾਂ ਵੇਖਦੇ ਆ ਵੀ ਜਦੋਂ ਦਾੜਾ ਰੱਖਿਆ ਵਾ, ਕੇਸ ਆ, ਸਾਰਾ ਕੁਝ ਆ, ਆਪਾਂ ਇਸ ਤਰੀਕੇ ਨਾਲ ਜ਼ਿਆਦਾ ਚੱਲ ਜਾਂਦੇ ਆ। ਤੇ ਉਹ ਵੀ ਬੰਦਿਆਂ ਦੇ ਕੋਲੇ ਬਹੁਤਾ ਹੁੰਦਾ ਕੁਛ ਨਹੀਂ ਆ। ਨਹੀਂ ਚਲੋ ਉਹ ਜਿਹੜੀ ਦੇਖੋ ਉਹਦੇ ਵਿੱਚ ਡੇਰਾ, ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਜਿਹਦਾ ਦਾੜਾ ਕੇਸ ਰੱਖਿਆ ਹੈ ਉਹਦੇ ਕੋਲ ਨਹੀਂ ਹੋਊਗਾ, ਜਾਂ ਜੇ ਉਹਦੇ ਕੋਲ ਹੋਊਗਾ। ਇਹ ਕੋਈ ਨਹੀਂ, ਉਹ ਦੋਨਾਂ ਦੇ ਵਿੱਚ ਜਿਹੜਾ ਹੈਗਾ ਇਹ ਮਾਲਕ ਦੀ ਦਾਤ ਆ। ਦਾੜੇ ਕੇਸ ਵਾਲੇ ਨੂੰ ਵੀ ਮਿਲ ਸਕਦੀ ਹੈ, ਦੂਜੇ ਨੂੰ ਵੀ ਮਿਲ ਸਕਦੀ ਆ। ਇਹਦੇ ਵਿੱਚ ਆਪਾਂ ਕਿਸੇ ਨੂੰ ਕੁਛ ਨਿੰਦ ਨਹੀਂ ਸਕਦੇ, ਕਹਿ ਨਹੀਂ ਸਕਦੇ। ਔਰ ਦੂਸਰੀ ਚੀਜ਼ ਜਿਹੜੀ ਹੈਗੀ ਆ ਕਿ ਜਿਹੜੇ ਸਾਧ ਜੀ ਦੀ ਜਿਹਦੀ ਗੱਲ ਕਰ ਰਹੇ ਮਹਾਰਾਜ, ਜਿਹੜੇ ਹੈਗੇ ਉਹ ਬ੍ਰਹਮ ਗਿਆਨੀ ਜਿਹੜੇ ਹੈਗੇ, ਆਪਣੇ ਕੋਲ ਤਾਂ ਆਲਰੇਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧੂ ਹੈਗੇ। ਆਪਾਂ ਕਿਵੇਂ ਜਿਹੜਾ ਹੈਗਾ ਗਲਤ ਦੇ ਮਗਰ ਲੱਗ ਸਕਦੇ ਹਾਂ? ਆਪਣੇ ਕੋਲ ਤਾਂ ਬਿਲਕੁਲ ਕ੍ਰਿਸਟਲ ਕਲੀਅਰ। ਇਸੇ ਵਾਸਤੇ ਤਾਂ ਮਹਾਰਾਜ ਨੇ ਆ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਆਪਣੇ ਅੱਗੇ ਆਪਾਂ ਨੂੰ ਦਿੱਤਾ ਹੈ ਭਾਈ। ਹਾਂਜੀ, ਇਹ ਚ ਕਿਹਾ ਗਿਆ ਵੀ ਸਤਿਗੁਰ ਕਾਗਜੋ ਸਿੱਖ ਖਾਵੇ ਭਲਕੇ ਉੱਠ ਕੇ ਨਾਮ ਤੇ ਆਵੇ। ਬਿਲਕੁਲ ਹੈ ਤਾਂ ਉਹੀ ਤਾਂ ਹੈ। ਚਾਹੇ ਉਹ ਕਲੀਨ ਸ਼ੇਵਨ, ਚਾਹੇ ਉਹਦੇ ਵਾਲ ਰੱਖੇ ਨਹੀਂ ਰੱਖੇ, ਚਾਹੇ ਉਹ ਗੰਜਾ ਵਾ। ਅੰਕਲ ਆਪਾਂ ਫਿਰ ਗੱਲ ਤੇ ਆਪਾਂ ਇਹ ਗੱਲ ਮੁਕਾਈਏ ਨਾ ਵੀ ਯਾਰ ਉਹ ਬੰਦਾ, ਚਲੋ ਜੇ ਬੰਦਾ ਉਹ ਇੱਥੇ ਆਣ ਕੇ ਅੰਕਲ ਦੋਗਲਾ ਬਣਾ ਜਾਂਦਾ ਕਿਤੇ ਨਾ ਕਿਤੇ। ਮੈਂ ਤੇ ਨਾ ਇੱਕ ਮਿੰਟ ਅੰਕਲ, ਸੌਰੀ, ਆਪਣੀ ਥੋੜੀ ਲੰਮੀ ਗੱਲ ਹੋਈ। ਨਹੀਂ ਆਪਾਂ ਪਰਸਨਲ, ਨਹੀਂ ਤੁਸੀਂ ਪਰਸਨਲ ਕਰ ਲੈਣਾ ਵੀਰ ਜੀ, ਕਿਸੇ ਟਾਈਮ ਪਰਸਨਲ ਕਰ ਲਿਓ, ਕਿਉਂਕਿ ਫਿਰ ਲੰਬੀ ਗੱਲ ਹੋ ਜਾਏਗੀ।
ਕਿਉਂਕਿ ਇਹਦੇ ਵਿੱਚ ਜਿਹੜੇ ਹੈ ਨੇ 36 ਦੇਖੋ ਤੇ 36 ਬ੍ਰਹਮ ਗਿਆਨੀ ਹੈ, 36 ਜਿਹੜੇ ਹੈਗੇ ਆਪਣੇ ਗੁਰੂ ਹੈਗੇ, ਉਹਨਾਂ ਦੇ ਮਗਰ ਆਪਾਂ ਲੱਗ ਸਕਦੇ ਹਾਂ। ਆਪਾਂ ਨੂੰ ਕੀ ਲੋੜ ਹੈ ਜਿਹੜਾ ਹੈਗਾ ਕਿਸੇ ਤਰੀਕੇ ਨਾਲ, ਜੇ ਕੋਈ ਕਿਸੇ ਦੇ ਨਾਲ ਆਪਾਂ ਫਿਜ਼ੀਕਲ ਵੀ ਹੈਗਾ ਕੋਈ, ਤੇ ਉਹਦੇ ਕੋਲੋਂ ਜਿਹੜਾ ਹੈਗਾ ਆਟੋਮੈਟਿਕਲੀ ਇਹਦੀ ਇਸ ਕਸੌਟੀ ਹੈਗੀ, ਇਸ 'ਤੇ ਜੇ ਉਤਰਦਾ ਹੈ ਤੇ ਜੇ ਉਹ ਕੁਛ ਗਿਆਨ ਦੇ ਰਿਹਾ ਤੇ ਲੈ ਲਓ, ਨਹੀਂ ਤਾਂ ਭਾਈ ਆਪਾਂ ਦੁਨੀਆ ਦੇ ਵਿੱਚ ਬਥੇਰੇ ਲੋਕੀ ਮਿਲਦੇ ਆ। ਚਰਨ ਸਾਧ ਕੇ ਧੋਏ ਤੋਂ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ। ਕਹਿੰਦੇ ਸਾਧ ਨੂੰ ਆਪਣਾ ਜੀਓ ਦੇ ਦੇ। ਜੀਓ ਦੇਣਾ ਕੀ ਹੈਗਾ? ਇਹ ਜਿਹੜੇ ਹੈਗੇ ਗਿਆਨ ਹੈਗਾ ਆਪਣਾ ਗੁਰੂ ਗ੍ਰੰਥ ਸਾਹਿਬ ਹੈ ਜੋ ਇਹ ਕਹਿ ਰਿਹਾ, ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆਪਣਾ ਪੂਰੀ ਤਰ੍ਹਾਂ ਇਸ ਨੂੰ ਇੰਪਲੀਮੈਂਟ ਕਰ ਆਪਣੇ ਉੱਤੇ। ਆ ਜੀਓ ਦੇਣਾ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਕੀ ਇੱਕ ਸਕਿੰਟ ਛੋਟੀ ਜੀ ਗੱਲ, ਇੱਕ ਨਾ ਮੇਰੇ ਵਰਗੇ ਦੀ ਕਮਜ਼ੋਰੀ ਪਤਾ ਕੀ ਹੈ, ਅਸੀਂ ਸਾਰੀਆਂ ਜਹਾਨ ਭਰ ਦੀਆਂ ਕਿਤਾਬਾਂ ਪੜ੍ਹ ਲੈਂਦੇ, ਆਪਾਂ ਮਾੜਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜ੍ਹਦੇ ਆਪ। ਤੇ ਆਪਾਂ ਕਹਿੰਦੇ ਆ ਪਤਾ ਨੀ ਕੀ ਗੱਲ ਆ ਵੀ ਆਪਾਂ ਜਾਂ ਘਰ ਚ ਰਿਆ ਕੇ ਰੱਖਾਂਗੇ ਪੜਾਂਗੇ, ਕੀ ਹਰ ਤੋਂ ਕੋਈ ਗਲਤੀ ਹੋ ਜੂਗੀ, ਕੀ ਉਹਦੀ ਭੁੱਲ ਹੋ ਜੂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਨਾ ਬੜੀ ਵੱਡੀ ਪ੍ਰੋਬਲਮ ਆ ਮੇਰੇ ਵਰਗਿਆਂ ਚ। ਨਹੀਂ ਵੀਰ ਜੀ, ਹੁਣ ਜਿਹੜਾ ਪਲੀਜ਼ PhD ਕਰ ਲੈਂਦੇ ਆ, ਉਹ MD ਕਰ ਲੈਂਦੇ ਆ, ਪਰ ਆਪਾਂ ਇਹ ਮਹਾਰਾਜ ਨੂੰ ਨਹੀਂ ਹੱਥ ਲਾਉਂਦੇ। ਵੀਰ ਜੀ ਹੁਣ ਜਿਹੜਾ ਹੈਗਾ ਦੇਖੋ, ਹੁਣ ਤਾਂ ਨੈਟ ਦੇ ਉੱਤੇ ਫੋਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਅਵੇਲੇਬਲ ਹੈਗਾ ਵੀਰ ਜੀ। ਕਾਹਦੇ ਵਾਸਤੇ? ਇਹ ਗੱਲਾਂ ਤਾਂ ਇਹ ਪਹਿਲੀਆਂ ਗੱਲਾਂ ਸੀ, ਹੁਣ ਨਹੀਂ ਹੈਗੀਆਂ ਇਹ ਗੱਲਾਂ। ਹਾਂਜੀ ਵਾਹਿਗੁਰੂ ਜੀ। ਜੇ ਗੁਰੂ ਗ੍ਰੰਥ ਸਾਹਿਬ ਨੇ ਲਿਖਣਾ ਸੈਂਚੀਆਂ ਕਰ ਲਿਆ ਕੇ ਰੱਖ ਲਓ, ਉਹ ਤੇ ਪਾਠ ਕਰ ਲਓ। ਮੋਬਾਈਲ ਦੇ ਵਿੱਚ ਹੈਗਾ ਵੀਰ ਜੀ, ਮੋਬਾਈਲ 'ਚ ਹੈਗਾ, ਲੈਪਟਾਪ 'ਚ ਹੈਗਾ, ਸਾਰਾ ਹੈਗਾ ਵੀਰ ਜੀ। ਹੁਣ ਕਾਹਦੇ ਵਾਸਤੇ ਆਪਾਂ ਜਿਹੜੇ ਇਹ ਗੱਲਾਂ ਤਾਂ ਇਹ ਗੱਲਾਂ ਨਹੀਂ ਜਿਹੜੀਆਂ ਹੈਗੀਆਂ। ਬਸ ਜਦੋਂ ਮਰਜ਼ੀ ਗਿਆਨ ਲਓ। ਹਾਂਜੀ ਚਲੋ ਕਰੀਏ ਆਪਾਂ। ਚਰਨ ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ। ਚਰਨ ਸਾਧ ਦੇ ਧੋ ਕੇ ਪੀਣੇ ਕੀ ਹੈ? ਵੀ ਗਿਆਨ ਲੈਣਾ ਹੈ ਭਾਈ, ਗਿਆਨ ਲੈਣਾ ਹੈ, ਬ੍ਰਹਮ ਗਿਆਨ ਆਪਾਂ ਨੇ ਲੈਣਾ ਹੈ। ਔਰ ਅਰ ਪ੍ਰਸਾਦ ਕੋ ਆਪਣਾ ਜੀਓ, ਜਿਹੜਾ ਪਰਮਾਤਮਾ ਨੂੰ ਜਿਹੜਾ ਰਸਤਾ ਜਿਹੜਾ ਗਿਆਨ ਪਰਮਾਤਮਾ ਵੱਲ ਨੂੰ ਆਪਾਂ ਨੂੰ ਪ੍ਰੇਰਨਾ ਕਰ ਰਿਹਾ ਹੈ, ਉਹ ਗਿਆਨ ਲੈਣਾ ਹੈ। ਹਰ ਪ੍ਰਸਾਦ ਕੋ ਆਪਣਾ ਜੀਓ, ਸਾਧ ਨੂੰ ਆਪਣਾ ਜੀਓ ਦੇ ਦੇ। ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਦੀ ਧੂੜ ਦੇ ਵਿੱਚ ਉਹਦੇ ਗਿਆਨ ਦੇ ਨਾਲ ਇਸ਼ਨਾਨ ਕਰਨਾ ਹੈ, ਤਾਂ ਆਪਣੀ ਮੈਲ ਜਿਹੜੀ ਹੈਗੀ ਨਿਕਲੇਗੀ ਭਾਈ, ਅਗਿਆਨਤਾ ਦੀ ਮੈਲ ਆਪਣੀ ਤਾਂ ਨਿਕਲੇਗੀ। ਸਾਧ ਉੱਪਰ ਜਾਈਏ ਕੁਰਬਾਨ, ਸਾਧ ਉੱਪਰ ਕੁਰਬਾਨ ਜਾਓ, ਆਪਣੇ ਆਪ ਨੂੰ ਸਮਰਪਿਤ ਕਰ ਦਿਓ। ਸਾਧ ਸੇਵਾ ਵਡਭਾਗੀ ਪਾਈ ਹੈ। साध सेवा है की है भाई? साध सेवा नाम हमारे गुर की सेव, नाम हमारे पूजा देव। आह सेवा कह रहे महाराज। ਤਾਂ ਕੋਈ ਸਾਧ ਦੇ ਫਿਜ਼ੀਕਲ ਜਾ ਕੇ ਅਸੀਂ ਪੈਰ ਥੋੜੀ ਨਾ ਕੁੱਟਣੇ ਆ, ਉਹਨੂੰ ਪੱਖਾ ਥੋੜੀ ਨਾ ਚਲਾਉਣਾ, ਉਹਨੂੰ ਖਾਣਾ ਥੋੜੀ ਨਾ ਖਿਲਾਉਣਾ ਹੈ। ਸਾਧ ਸੇਵਾ ਵਡਭਾਗੀ ਪਾਈ ਹੈ, ਸਾਧ ਸੰਗੇ ਹਰ ਕੀਰਤਨ ਗਾਈ ਹੈ। ਸਾਧ ਸੇਵਾ ਵੱਡੇ ਭਾਗਾਂ ਦੇ ਨਾਲ ਮਿਲਦੀ ਆ, ਔਰ ਸਾਧ ਸੰਗ ਦੇ ਵਿੱਚ ਜਿਹੜਾ ਹੈਗਾ ਧਿਆਨ ਸਿਮਰਨ ਕਰਨ ਵਾਸਤੇ ਆਪਣੇ ਅੰਦਰ ਉਤਸ਼ਾਹ ਹੁੰਦਾ ਹੈ, ਔਰ ਅੰਮ੍ਰਿਤ ਰਸ ਆ ਜਾਂਦਾ ਹੈ ਭਾਈ। ਹਰ ਕੀਰਤਨ ਪਰਮਾਤਮਾ ਦੀ ਭਗਤੀ ਜਿਹੜੀ ਹੈਗੀ, ਧਿਆਨ ਸਿਮਰਨ ਜਿਹੜਾ ਹੈਗਾ ਸਾਧ ਸੰਗਤ ਦੇ ਦੁਆਰਾ ਹੀ ਜਿਹੜਾ ਹੈਗਾ ਇਸ ਦੀ ਪ੍ਰੇਰਨਾ ਆਉਂਦੀ ਹੈ ਆਪਣੇ ਕੋਲ। ਅਨੇਕ ਵਿਘਨ ਤੇ ਸਾਧੂ ਰਾਖੇ, ਬਾਕੀ ਮਾਇਆ ਨੇ ਜਿਹੜੀਆਂ ਰੁਕਾਵਟਾਂ ਪਾਉਣੀਆਂ, ਉਹਨਾਂ ਸਾਰੇ ਵਿਘਨਾਂ ਤੋਂ ਜਿਹੜਾ ਹੈਗਾ ਇਹ ਸਾਧੂ ਦਾ ਗਿਆਨ ਜਿਹੜਾ ਹੈਗਾ ਆਪਾਂ ਨੂੰ ਰੱਖਦਾ ਹੈ। ਅਨੇਕ ਵਿਘਨ ਤੇ ਸਾਧੂ ਰਾਖੇ, ਨਹੀਂ ਤਾਂ ਆਪਾਂ ਨੂੰ ਕੀ ਪਤਾ ਹੈ ਭਾਈ ਕਰਨਾ ਕੀ ਹੈਗਾ। ਆਪਾਂ ਤਾਂ ਬਿਲਕੁਲ ਜਿਹੜੇ ਆ ਗਿਆਨਤਾ ਦੇ ਵਿੱਚ ਹੈਗੇ ਆ, ਪਤਾ ਹੀ ਨਹੀਂ ਕਾਹਦੇ ਵਾਸਤੇ ਆਏ, ਕਾਹਦੇ ਵਾਸਤੇ ਸਰੀਰ ਮਿਲਿਆ। ਅਨਕ ਵਿਗਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਹਰ ਗੁਣ ਗਾਏ, ਪਰਮਾਤਮਾ ਦੇ ਗੁਣ ਗਾਉਣੇ ਪਾਈ, ਸਦਾ ਸਦਾ ਗੁਣ ਗਾਈਏ, ਜਪੇ ਨਾਮ ਮੁਰਾਰੀ। ਔਰ ਇਸ ਤਰ੍ਹਾਂ ਜਿਹੜਾ ਹੈਗਾ ਧਿਆਨ ਸਿਮਰਨ ਕਰਦੇ ਕਰਦੇ ਆਟੋਮੈਟਿਕਲੀ ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਦਾਤ ਜਿਹੜੀ ਹੈ ਕਦੋਂ ਛੱਡ ਦੇਣੀ ਹੈ, ਕਦੋਂ ਅੰਮ੍ਰਿਤ ਆ ਜਾਣਾ ਹੈ, ਕਦੋਂ ਚਖਣ ਨੂੰ ਮਿਲ ਜਾਣੀ ਹੈ ਉਹ ਸ਼ਾਂਤੀ ਦੀ ਬੂੰਦ ਪਾਈ। ਇਹ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਮਿਲਣੀ ਐਸੇ ਤਰੀਕੇ ਦੇ ਨਾਲ ਹੈਗੀ ਆ ਭਾਈ। ਓਟ ਗਹੀ ਸੰਤਾਂ ਦਾ ਰਿਆਇਆ, ਬਸ ਕਹਿੰਦੇ ਓਟ ਲੈ ਲਈ ਸੰਤਾਂ ਦੇ, ਸਾਧ ਸੰਗਤ ਦੇ ਦਰ 'ਤੇ, ਸਾਧ ਸੰਗਤ ਦੇ ਵਿੱਚ ਆ ਗਿਆ। ਸਰਬ ਸੁਖ ਨਾਨਕ ਤਿਹ ਪਾਇਆ, ਜਿਨ੍ਹਾਂ ਨੂੰ ਵੀ ਪਰਮਾਤਮਾ ਨੂੰ ਮਿਲਿਆ ਆ, ਮਾਲਕ ਪਰਮਾਤਮਾ ਨੂੰ ਅੰਮ੍ਰਿਤ ਦੀ ਬੂੰਦ ਮਿਲੀ ਆ ਭਾਈ, ਉਹ ਮਿਲੀ ਆ ਸਾਧ ਸੰਗਤ ਦੇ ਦੁਆਰਾ, ਗੁਰੂ ਦੀ ਸੰਗਤ ਦੇ ਦੁਆਰਾ, ਬ੍ਰਹਮ ਗਿਆਨ ਦੇ ਦੁਆਰਾ। ਓਟ ਗਹੀ ਸੰਤਾਂ ਦਾ ਰਿਆਇਆ, ਸਰਬ ਸੁਖ ਨਾਨਕ ਤਿਹ ਪਾਇਆ, ਸਾਰੇ ਸੁੱਖ ਮਿਲ ਜਾਂਦੇ ਉਸ ਨੂੰ। 7ਵਾਂ ਬੰਦ ਆ ਗਿਆ, ਮਿਰਤਕ ਕੋ ਜੀਵਾਲਨਹਾਰ, ਉਹ ਮਾਲਕ ਪਰਮਾਤਮਾ ਪਾਏ। ਮਿਰਤਕ ਜਿਹੜੇ ਹੈਗੇ ਆਪਾਂ ਨਹੀਂ ਹੁਣ ਪਤਾ ਪਰਮਾਤਮਾ ਦੇ ਰਸਤੇ ਦਾ, ਇਸ ਰਸਤੇ ਦਾ, ਤੇ ਆਪਾਂ ਜਿਹੜੇ ਹੈ ਮੁਰਦਾ ਹੀ ਹੈਗੇ ਆ ਭਾਈ।
ਇਹ ਮੁਰਦੇ ਨੂੰ ਜਿਵਾਲਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਔਰ ਜਿਵਾਲਦਾ ਹੈਗਾ ਸਾਧ ਸੰਗਤ ਦੇ ਦੁਆਰਾ, ਬ੍ਰਹਮ ਗਿਆਨ ਦੇ ਦੁਆਰਾ। ਮ੍ਰਿਤਕ ਕੋ ਜਿਵਾਲਨਹਾਰ, ਭੁੱਖੇ ਕੋ ਦੇਵਤ ਆਧਾਰ। ਭੁੱਖੇ ਨੂੰ ਜਿਹੜਾ ਹੈਗਾ ਆਧਾਰ ਦਿੰਦਾ ਹੈ ਮਾਲਕ ਪਰਮਾਤਮਾ। ਆਪਾਂ ਜਨਮ ਜਨਮ ਦੇ ਭੁੱਖੇ ਹਾਂ, ਜਨਮ ਜਨਮ ਦੀ ਮੈਲ ਲੱਗੀ ਹੋਈ ਹੈ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਸਾਰੇ ਖਜ਼ਾਨੇ ਮਾਲਕ ਪਰਮਾਤਮਾ ਦੀ ਕਿਰਪਾ ਦੀ ਦ੍ਰਿਸ਼ਟੀ 'ਚ ਹੈਗੇ ਭਾਈ। ਪੂਰਬ ਲਿਖੇ ਕਾ ਲਹਿਣਾ ਪਾਹੇ, ਔਰ ਜੋ ਆਪਾਂ ਨੇ ਪਿਛਲੀ ਕਮਾਈ ਕੀਤੀ ਆ ਉਹ ਆਪਾਂ ਨੂੰ ਮਿਲਦਾ ਹੀ ਮਿਲਦਾ ਹੈ। ਸਭ ਕੁਛ ਤਿਸਕਾ ਉਹ ਕਰਨੇ ਯੋਗ, ਸਾਰਾ ਕੁਛ ਮਾਲਕ ਪਰਮਾਤਮਾ ਦਾ ਹੈਗਾ, ਉਹ ਕਰਨ ਦੇ ਸਮਰੱਥ ਹੈਗਾ। ਤਿਸ ਬਿਨ ਦੂਸਰ ਹੋਆ ਨਾ ਹੋ, ਉਸ ਤੋਂ ਇਲਾਵਾ ਕੋਈ ਦੂਸਰਾ ਨਾ ਹੋਇਆ ਆ ਤੇ ਨਾ ਹੋਏਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਹੇ ਮੇਰੇ ਮਨਾ ਜਪ ਜਨ। ਮਨ ਆਪਣਾ ਜਨ ਹੈਗਾ ਭਾਈ, ਮਨ ਨੇ ਜਪਣਾ ਹੈਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਦਿਨ ਰਾਤ ਜਿਹੜਾ ਹੈਗਾ ਇਹ ਕਾਰ ਬਾਈ ਕਾਰ ਪਿਆਰਿਆ ਪਰਮਾਤਮਾ ਦੇ ਨਾਮ ਧਿਆਨ ਸਿਮਰਨ ਕਰ। ਸਭ ਤੇ ਉੱਚ ਨਿਰਮਲ ਇਹ ਕਰਨੀ, ਸਭ ਤੋਂ ਉੱਚੀ ਪਾਏ ਨਿਰਮਲ ਕਰਨ ਵਾਲੀ, ਸਭ ਤੋਂ ਨਿਰਮਲ ਕਰਨੀ ਇਹ ਕਰਨੀ ਹੈਗੀ ਭਾਈ। ਪਰਮੇਸ਼ਰ ਦਾ ਧਿਆਨ ਸਿਮਰਨ ਕਰਨਾ ਸਭ ਤੋਂ ਉੱਚੀ ਕਰਨੀ ਹੈ, ਔਰ ਇਸੇ ਨੇ ਨਿਰਮਲ ਕਰਨਾ ਹੈ। ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਮ ਜਿਹੜਾ ਦੇਣਾ ਹੈ ਇਸੇ ਦੁਆਰਾ ਦੇਣਾ ਹੈ, ਔਰ ਮਾਲਕ ਨੇ ਕਿਰਪਾ ਕਰਕੇ ਉਹ ਨਾਮ ਪ੍ਰਗਟ ਕਰਨਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਔਰ ਮਾਲਕ ਨੇ ਕਿਰਪਾ ਕਰਕੇ ਦੇਣਾ ਹੈ ਭਾਈ। ਦਾਤ ਮਾਲਕ ਦੀ ਹੈਗੀ, ਆਪਾਂ ਨੇ ਪ੍ਰੋਬੇਬਿਲਿਟੀ ਹੈ, ਆਪਾਂ ਨੇ ਜਿਹੜਾ ਹੈਗਾ ਉਸ ਦੇ ਵਾਸਤੇ ਜਿਹੜਾ ਹੈਗਾ ਸਿਰਫ ਆਪਾਂ ਨੇ ਜਿਹੜਾ ਹੈਗਾ ਆਪਣੀ ਪਾਤਰਤਾ ਸਾਬਿਤ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋਜਨ ਨਿਰਮਲ ਥੀਆ। ਉਹ ਜਿਹੜਾ ਹੈਗਾ ਨਿਰਮਲ ਹੋ ਜਾਏਗਾ ਭਾਈ, ਜਿਹਨੂੰ ਨਾਮ ਮਿਲ ਗਿਆ ਨਿਰਮਲ ਹੋ ਗਿਆ। ਜਾਂ ਕੇ ਮਨ ਗੁਰ ਕੀ ਪ੍ਰਤੀਤ, ਜਿਹਦੇ ਮਨ ਦੇ ਉੱਤੇ, ਮਨ ਦੇ ਵਿੱਚ ਗੁਰੂ ਤੇ ਵਿਸ਼ਵਾਸ ਆ ਗਿਆ, ਬ੍ਰਹਮ ਗਿਆਨ ਤੇ ਅੱਖਰਾਂ ਦੇ ਉੱਤੇ ਵਿਸ਼ਵਾਸ ਆ ਗਿਆ ਜਿਹਦਾ। ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਉਹਨੂੰ ਜਿਹੜਾ ਹੈਗਾ ਪਰਮਾਤਮਾ ਚੇਤੇ ਆਏਗਾ ਭਾਈ, ਉਹ ਧਿਆਨ ਸਿਮਰਨ ਕਰ ਪਾਏਗਾ। ਕਿਉਂਕਿ ਇਹ ਇਸੇ ਗਿਆਨ ਨੇ ਜਿਹੜਾ ਹੈਗਾ ਆਪਾਂ ਨੇ ਮਨ ਨੂੰ ਜਿਹੜਾ ਹੈਗਾ ਦ੍ਰਵਿਤ ਕਰਨਾ ਹੈ। ਜਦ ਤੱਕ ਆਪਣਾ ਮਨ ਹੀ ਨਹੀਂ ਦ੍ਰਵਿਤ ਨਹੀਂ ਹੁੰਦਾ ਤੇ ਪਰਮਾਤਮਾ ਤਾਂ ਦ੍ਰਵਿਤ ਹੋ ਹੀ ਨਹੀਂ ਸਕਦਾ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨੇ ਆਵੇ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤਿਹ ਲੋਏ। ਕਹਿੰਦੇ ਉਹ ਤਿੰਨਾਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਧਰਤ ਪਤਾਲ ਆਕਾਸ਼ ਦੇ ਵਿੱਚ ਜਿਹੜਾ ਹੈਗਾ ਭਗਤ ਗਿਣਿਆ ਜਾਂਦਾ ਹੈ ਭਾਈ। ਸਾਰਿਆਂ ਦੇ ਵਿੱਚ ਸ਼ੋਭਾ ਹੋ ਜਾਂਦੀ ਹੈ ਉਹਦੀ। ਭਗਤ ਭਗਤ ਸੁਣੀਏ ਤਿਹ ਲੋਏ, ਜਾਂ ਕੇ ਹਿਰਦੇ ਇੱਕ ਹੋਏ। ਬਸ ਕੰਡੀਸ਼ਨ ਹੈ ਜਿਹਦੇ ਹਿਰਦੇ 'ਚ ਇੱਕ ਹੋ ਗਿਆ, ਜਿਹਨੂੰ ਦੂਸਰਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸੱਚ ਕਰਨੀ ਸੱਚ ਤਾਕੀ ਰਹਿਤ, ਉਹਦੀ ਕਰਨੀ ਸੱਚੀ ਹੈਗੀ, ਉਹਦੀ ਰਹਿਤ ਸੱਚੀ ਹੈਗੀ, ਜਿਹਦੇ ਅੰਦਰ ਜਿਹੜਾ ਹੈਗਾ, ਜਿਹਨੂੰ ਪਰਮਾਤਮਾ ਤੋਂ ਇਲਾਵਾ ਕੋਈ ਨਜ਼ਰ ਨਹੀਂ ਆਉਂਦਾ ਭਾਈ, ਜਿਹਦੇ ਅੰਦਰ ਹਿਰਦੇ 'ਚ ਇੱਕ ਵਸ ਗਿਆ ਮਾਲਕ ਪਰਮਾਤਮਾ। ਸੱਚ ਹਿਰਦੇ ਸਤ ਮੁਖ ਕਹਿਤ, ਉਹਦੇ ਹਿਰਦੇ 'ਚ ਸੱਚ ਆ, ਉਹਦੇ ਮੁਖ ਤੋਂ ਵੀ ਸੱਚ। ਜੋ ਬਚਨ ਆਉਣਗੇ ਉਹ ਸਾਰੇ ਦੇ ਸਾਰੇ ਸੱਚ ਹੋਣਗੇ, ਸੱਤ ਹੋਣਗੇ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਉਹਦੀ ਦ੍ਰਿਸ਼ਟੀ ਸੱਚੀ ਆ ਭਾਈ। ਸਾਰੇ ਆਕਾਰ ਜਿਹੜਾ ਜੋ ਦਿਸ ਰਿਹਾ ਆ ਉਹਦੇ ਵਿੱਚ ਉਹਨੂੰ ਮਾਲਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਉਹਨੂੰ ਸੱਚ ਵਰਤਦਾ ਹੈ ਹਰ ਜਗ੍ਹਾ ਤੇ ਮਾਲਕ ਪਰਮਾਤਮਾ ਵਰਤ ਰਿਹਾ ਹੈ ਇਸ ਪਸਾਰੇ ਦੇ ਵਿੱਚ। ਪਾਰ ਬ੍ਰਹਮ ਜਿਨੇ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਇਸ ਤਰੀਕੇ ਦੇ ਨਾਲ ਜਿਸ ਨੇ ਵੀ ਉਹ ਮਾਲਕ ਪਰਮਾਤਮਾ ਨੂੰ, ਇਹ ਬ੍ਰਹਮ ਜੋ ਆਪਾਂ ਨੂੰ ਦਿਸ ਰਿਹਾ ਆ, ਇਹ ਸੰਸਾਰ, ਇਹ ਪ੍ਰਕਿਰਤੀ, ਇਹ ਬ੍ਰਹਮ ਹੈਗੀ। ਇਸ ਤੋਂ ਅੱਗੇ ਪਾਰ ਬ੍ਰਹਮ ਜਿਹਦਾ, ਇਹਦੇ ਪਿੱਛੇ ਪਾਰ ਬ੍ਰਹਮ ਹੈਗਾ। ਕਹਿੰਦੇ ਜਿਹਨੇ ਸੱਚ ਕਰਕੇ ਜਾਣ ਲਿਆ, ਪਾਰ ਬ੍ਰਹਮ ਜਿਹਨੇ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਉਹ ਤਾਂ ਪਾਰ ਬ੍ਰਹਮ ਦਾ ਰੂਪੀ ਹੋ ਗਿਆ ਭਾਈ, ਉਹਦੇ ਵਿੱਚ ਸਮਾ ਗਿਆ। ਪਾਰ ਬ੍ਰਹਮ ਜਿਹਨੇ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਇਹ ਜੀ 15 ਹੋ ਗਈਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ